बिघ्नन के नाशक, बिघ्नन के नाशक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। गुरु तेग बहादुर परम कृपाला जी, परम कृपाला। श्री गुरु गोबिंद सिंह विसाला। तरों तरा पर पुन पुन सीसा जी, पुन पुन सीसा। बंदों बार बार जगदीशा। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। श्री गुर शब्द कमाए पुन जीते पंच विकार। तिन संतन को बंदना सिर चरणन पर तार। एकंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। मैं नित अमर ना जन्म ना मरनो, मिथ्या देह न थिरता पाए। इम कह रह्यो आनंदत अतिशय, भ्रम अज्ञान समेत बिहाए। मैं नित अमर ना जन्म ना मरनो। वाहिगुरु जी का खालसा, वाहिगुरु जी की फतेह। चवर छतर तखत दे मालक, समुची मनुखता सर्व कायनात दे रहबर। दसां ही पातशाहियां दी जोत, शब्द ब्रह्म शब्दा अवतार सतगुरु। धन धन श्री गुरु ग्रंथ साहिब महाराज सच्चे पातशाह जी दी मुबारक गोद दे अंदर। धन धन श्री गुरु अर्जन देव जी महाराज सतगुरां दे पावन बख्शिश नाल निवाजे पवित्र अस्थान गुरुद्वारा मंजी साहिब दीवान हाल श्री अमृतसर साहिब विखे दिन दे चौथे पहर सजे हुए दीवान दी हाजरी भर रही सत्कारयोग साध संगत। सतगुरां दी अपार बख्शिश हुई है जो सचखंड श्री हरमंदर साहिब धन धन श्री गुरु रामदास पातशाह महाराज जी दे पावन दरबार दीआं हाजरियां भर के ਅਤੇ गुरुद्वारा मंजी साहिब दीवान हाल विखे हाजरी भर के गुरबाणी का रस भिन्ना कीर्तन आप जी सरवण कर रहे सो साध संगत हुण समा है लड़ीवार गुर इतिहास की कथा विचार का। जो पावन गुर इतिहास का प्रसंग आप जी लड़ीवार रूप दे विच सरवण कर रहे सो। शहीदां दे सरताज धन धन श्री गुरु अर्जन देव जी महाराज गोइंदवाल साहिब की धरती ते पहुँचे हुए हैं, जिथे महान पूर्णमाशी का जोड़ मेला वड्डे पद्धर ते संगतां ने शरधा ते प्यार दे नाल मनाया है। इत्थे धन धन श्री गुरु रामदास पातशाह महाराज जी दे विचकारले पुत्र ते गुरु अर्जन साहिब जी दे वड्डे भरा बाबा महादेव जी
ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਕਿ ਮੈਂ ਕੇਵਲ ਤੁਹਾਨੂੰ ਹੁਣ ਭਰਾ ਕਰਕੇ ਨਹੀਂ ਬਲਕਿ ਤੁਹਾਨੂੰ ਗੁਰੂ ਸਰੂਪ ਜਾਣ ਕਰਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਮੇਰਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਏ, ਇਹੋ ਜਿਹਾ ਆਤਮ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਮਨ ਦੀ ਅਵਸਥਾ ਵੇਖ ਕਰਕੇ ਬਹੁਤ ਸੁੰਦਰ ਢੰਗ ਦੇ ਨਾਲ ਸਮਝਾਉਣਾ ਕੀਤਾ ਕਿ ਇਸ ਸੰਸਾਰ ਦੇ ਅੰਦਰ ਇਸ ਸਰੀਰ ਨੇ ਸਦਾ ਕਾਇਮ ਨਹੀਂ ਰਹਿਣਾ। ਆਪਣੇ ਆਤਮ ਸਰੂਪ ਨੂੰ ਜਾਣਨਾ ਚਾਹੁੰਦੇ ਹੋ, ਜਿਹਦੇ ਬਾਰੇ ਵਿੱਚ ਬਾਬਾ ਮਹਾਦੇਵ ਜੀ ਪੁੱਛਦੇ ਨੇ ਕਿ ਇਹ ਆਤਮਾ ਕੀ ਹੈ, ਕਿਸ ਰੂਪ ਦੇ ਵਿੱਚ ਇਹਨੂੰ ਦੁੱਖ ਚਿੰਬੜਦੇ ਨੇ, ਕਿਉਂ ਸੰਸਾਰ ਦੇ ਵਿੱਚ ਬੰਧਨਾਂ ਵਿੱਚ ਫਸ ਕੇ ਜੀਵ ਆਉਂਦਾ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਆਪਣੇ ਆਤਮ ਸਰੂਪ ਨੂੰ ਜਾਣਨਾ ਹੈ। ਉਹਦੇ ਪਿੱਛੇ ਰੁਕਾਵਟ ਇਵੇਂ ਹੈ ਜਿਵੇਂ ਕਿਤੇ ਤਲਾਬ ਦੇ ਉੱਪਰ ਕਈ ਵਾਰ ਜਾਲਾ ਆ ਜਾਂਦਾ ਹੈ ਜਾਂ ਜਾਲੇ ਦੇ ਉੱਪਰ ਫਿਰ ਹੋਰ ਕਈ ਪ੍ਰਕਾਰ ਦਾ ਕੂੜਾ ਕਰਕਟ ਘਾਸ ਫੂਸ ਪੈਂਦਾ ਜਾਂਦਾ। ਸਮੇਂ ਸਿਰ ਜਾਲਾ ਹਟਾਇਆ ਜਾਵੇ ਤੇ ਅੰਦਰ ਤੱਕ ਤਲਾਬ ਦੇ ਅੰਦਰ ਸਭ ਕੁਝ ਸਾਫ਼ ਨਜ਼ਰ ਆਉਂਦਾ ਹੈ। ਪਰ ਕਹਿੰਦੇ ਸਾਡੇ ਅੰਦਰ ਵੀ ਇਸੇ ਤਰ੍ਹਾਂ ਮੈਂ ਹਉਮੈ ਦਾ ਜਾਲਾ ਇਸ ਢੰਗ ਦੇ ਨਾਲ ਆ ਗਿਆ ਹੈ ਜਿਹੜਾ ਮਨੁੱਖ ਨੂੰ ਆਪਣੇ ਅੰਤਰ ਆਤਮੇ ਦੀ ਪਹਿਚਾਣ ਨਹੀਂ ਹੋਣ ਦਿੰਦਾ, ਜੋਤ ਸਰੂਪ ਦੀ ਪ੍ਰਮਾਤਮਾ ਦੀ ਪਹਿਚਾਣ ਨਹੀਂ ਹੋਣ ਦਿੰਦਾ। ਫਿਰ ਉਹਦੇ ਉੱਪਰ ਮਮਤਾ ਦਾ ਹੋਰ ਤਰੀਕੇ ਦੇ ਨਾਲ ਜਾਲੇ ਦੇ ਉੱਪਰ ਕਈ ਪ੍ਰਕਾਰ ਦੇ ਮਨ ਦੇ ਫੁਰਨਿਆਂ ਦੇ ਘਾਸ ਫੂਸ ਦੇ ਆ ਕੇ ਟਿਕਣ ਕਰਕੇ ਇਹ ਇੰਨਾ ਕੁ ਗਾੜਾ ਹੋ ਗਿਆ ਹੈ ਕਿ ਇਹੋ ਜਿਹਾ ਪਰਦਾ ਬਣ ਗਿਆ ਹੈ ਕਿ ਰੱਬ ਨੇੜੇ ਹੋ ਕਰਕੇ ਵੀ ਉਸ ਹਉਮੈ ਮਮਤਾ ਦੇ ਪਰਦੇ ਕਰਕੇ ਉਹ ਨਿਰੰਕਾਰ ਦੇ ਦੀਦਾਰ ਮਨੁੱਖ ਨੂੰ ਨਹੀਂ ਹੁੰਦੇ। ਇਸੇ ਤਰੀਕੇ ਨਾਲ ਸੰਸਾਰ ਦੇ ਵਿੱਚ ਮਨੁੱਖ ਵਿਸ਼ਿਆਂ ਤੇ ਵਾਸ਼ਨਾ ਵਿੱਚ ਫਸਿਆ ਹੋਇਆ, ਮਨ ਦਾ ਪ੍ਰੇਰਿਆ ਹੋਇਆ ਇਹਨਾਂ ਇੰਦਰੀਆਂ ਦੇ ਰਾਹੀਂ ਸੁੱਖ ਭਾਲਦਾ ਹੈ। ਪਰ ਜਿਉਂ-ਜਿਉਂ ਗੁਰੂ ਦੇ ਸ਼ਬਦ ਰਾਹੀਂ ਮੈਂ ਮੇਰੀ ਦੀ ਮਮਤਾ ਤੋਂ ਆਜ਼ਾਦ ਹੁੰਦਾ ਹੈ, ਤਿਉਂ-ਤਿਉਂ ਇਹਦੇ ਹਿਰਦੇ ਦੇ ਅੰਦਰ ਦਾ ਜਾਲਾ ਸਾਫ਼ ਹੁੰਦਾ ਹੈ। ਇਹਨੂੰ ਆਪਣੇ ਨਿਜ ਸਰੂਪ ਦੇ ਦੀਦਾਰ ਹੁੰਦੇ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਹੋ ਕਬੀਰ ਇਹ ਰਾਮ ਕੀ ਅੰਸ਼, ਕਿ ਮੈਂ ਪ੍ਰਮਾਤਮਾ ਦੀ ਅੰਸ਼ ਹਾਂ। ਆਪਣੇ ਅਸਲ ਸਰੂਪ ਦੀ ਜਿਉਂ-ਜਿਉਂ ਪਹਿਚਾਣ ਹੁੰਦੀ ਹੈ ਤੇ ਇਹਨਾਂ ਇੰਦਰੀਆਂ ਦੇ ਰਾਹੀਂ ਬਾਹਰ ਦੀ ਭਟਕਣਾ ਛੱਡ ਇਹ ਅੰਤਰ ਆਤਮੇ ਟਿਕ ਜਾਂਦਾ ਹੈ। ਇਹ ਮਨ ਅਸਲ ਦੇ ਵਿੱਚ ਜਦੋਂ ਤੱਕ ਆਪਣੀ ਮੱਤ ਦੇ ਅਨੁਸਾਰ ਬੰਦਾ ਪ੍ਰੇਰਿਆ ਹੋਇਆ ਕਾਰਜ ਕਰਦਾ ਹੈ, ਵਿਕਾਰਾਂ ਵਾਲੇ ਪਾਸੇ ਤੁਰ ਪੈਂਦਾ। ਪਰ ਜਿਉਂ ਮਨ ਨੂੰ ਨੀਵਾਂ ਰੱਖ ਕੇ ਮੱਤ ਨੂੰ ਗੁਰੂ ਦੇ ਹਵਾਲੇ ਕਰਕੇ ਗੁਰੂ ਦੀ ਮੱਤ ਅਨੁਸਾਰ ਮਨ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ ਤੇ ਫਿਰ ਇਹ ਮਨ ਇੰਦਰੀਆਂ ਦੇ ਰਾਹੀਂ ਬਾਹਰ ਨਹੀਂ ਭਟਕਦਾ, ਇਹ ਅੰਤਰ ਆਤਮੇ ਟਿਕ ਜਾਂਦਾ। ਜਿਉਂ ਹੀ ਅੰਤਰ ਆਤਮੇ ਟਿਕਦਾ ਹੈ, ਇਹ ਅੰਦਰ ਦਾ ਭਰਮ ਦਾ ਮੈਂ ਮੇਰੀ ਦਾ ਜਾਲਾ ਜਦੋਂ ਲੱਥਦਾ ਹੈ ਤੇ ਇਹਨੂੰ ਅੰਤਰ ਆਤਮੇ ਹੀ ਉਸ ਮਾਲਕ ਦੇ ਦੀਦਾਰ ਹੁੰਦੇ ਨੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਇਸ ਰੂਪ ਦੀ ਅਵਸਥਾ ਜਿਸ ਵਕਤ ਅਡੋਲ ਸਮਾਧੀ ਦੇ ਵਿੱਚ ਬਾਬਾ ਮਹਾਦੇਵ ਜੀ ਜਾਂਦੇ ਆ, ਇੰਨਾ ਕੁ ਆਨੰਦ ਵਿੱਚ ਭਰ ਜਾਂਦੇ ਆ, ਅੱਖਾਂ ਖੋਲ੍ਹਣ ਦੀ ਥਾਂ ਹਿਰਦੇ ਦੇ ਤਲ ਤੇ ਅੰਤਰ ਆਤਮੇ ਨਿਰੰਕਾਰ ਪਰਮੇਸ਼ਰ ਦਾ ਉਹ ਰੂਪ ਨਜ਼ਰ ਆਉਂਦਾ ਹੈ ਕਿ ਸਾਰੇ ਪਾਸੇ ਉਹੀ ਨਜ਼ਰ ਆਉਂਦਾ ਹੈ। ਅੰਦਰ ਹੀ ਅੰਦਰ ਪ੍ਰਮਾਤਮਾ ਦੇ ਦੀਦਾਰ ਹੁੰਦੇ ਆ, ਬ੍ਰਹਮ ਦੇ ਦੀਦਾਰ ਹੁੰਦੇ ਆ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਬਾਹੋਂ ਹਿਲਾ ਕੇ ਕਹਿੰਦੇ ਆ, 2 ਪਹਿਰ ਤੱਕ ਜਿਵੇਂ ਸਮਾਧੀ ਲੱਗੀ ਰਹੀ ਕਿ ਹੁਣ ਅੱਖਾਂ ਖੋਲ ਕੇ ਵੇਖੋ, ਜੋ ਅੰਦਰ ਨਜ਼ਰ ਆ ਰਿਹਾ ਬਾਹਰ ਵੀ ਨਜ਼ਰ ਆਏਗਾ। ਹੁਣ ਬਾਹਰ ਵੀ ਵੇਖਦੇ ਨੇ, ਉਹ ਸਾਰੇ ਪਾਸੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ ਹੈ। ਇੰਨੇ ਆਨੰਦ ਦੇ ਵਿੱਚ, ਇੰਨੇ ਰਸ ਦੇ ਵਿੱਚ ਸਾਰੇ ਭਰਮਾਂ ਦੇ ਪਰਦੇ ਲੱਥ ਜਾਂਦੇ ਨੇ, ਜਿੱਥੇ ਨਾ ਜਾਤ ਨਾ ਗੋਤ ਨਾ ਕਿਸੇ ਪ੍ਰਕਾਰ ਦੀ ਊਂਚ ਨੀਚ ਦੇ ਵਿਤਕਰੇ ਨਹੀਂ। ਹਰ ਪਾਸੇ ਜਿੱਧਰ ਵੇਖਦੇ ਨੇ ਕੇਵਲ ਬ੍ਰਹਮ ਹੀ ਬ੍ਰਹਮ ਪਸਰਿਆ ਹੋਇਆ ਨਜ਼ਰ ਆਉਂਦਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਹ ਆਤਮ ਗਿਆਨ ਦੀ ਅਵਸਥਾ ਜਿਵੇਂ ਪ੍ਰਾਪਤ ਕੀਤੀ ਹੈ, ਇੰਨੇ ਆਨੰਦ ਦੇ ਵਿੱਚ ਆ ਕੇ ਕਹਿੰਦੇ ਹੈ ਕਿ ਹੁਣ ਮੈਂ ਸਾਰੇ ਪ੍ਰਕਾਰ ਦੇ ਵਹਿਮਾਂ ਭਰਮਾਂ ਫਿਕਰਾਂ ਤੋਂ ਆਜ਼ਾਦ ਹੋ ਗਿਆ ਹਾਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬਾਬਾ ਮਹਾਦੇਵ ਜੀ ਨੂੰ ਕਿ ਤੁਹਾਨੂੰ ਹੁਣ ਜਿਵੇਂ ਆਤਮ ਗਿਆਨ ਦੀ ਅਵਸਥਾ ਰਾਹੀਂ ਜੀਵਨ ਦੀ ਸੋਝੀ ਹੋਈ ਹੈ, ਇਸ ਕਰਕੇ ਇਹ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ 2 ਦਿਨਾਂ ਬਾਅਦ ਹੁਣ ਤੁਸੀਂ ਇਹ ਸਰੀਰ ਛੱਡ ਦੇਣਾ। ਭਾਵ ਕੇਵਲ 2 ਦਿਨ ਦਾ ਸਮਾਂ ਤੁਹਾਡੇ ਕੋਲ ਹੋਰ ਹੈ। ਅਸੀਂ ਬੈਠੇ ਹਾਂ ਗੁਰੂ ਕੀ ਗੋਦ ਵਿੱਚ ਸਾਧ ਸੰਗਤ, ਜੇ ਕਿਸੇ ਨੂੰ ਪਤਾ ਲੱਗ ਜੇ ਕਿ ਕੱਲ੍ਹ ਜਾਂ ਪਰਸੋਂ ਅਸੀਂ ਚੜ੍ਹਾਈ ਕਰ ਜਾਣਾ ਹੈ ਤੇ ਮਨੁੱਖ ਨੂੰ ਖਾਣਾ ਪੀਣਾ ਸਭ ਭੁੱਲ ਜਾਂਦਾ ਹੈ, ਬੰਦਾ ਫਿਕਰਾਂ ਵਿੱਚ ਪੈ ਜਾਂਦਾ ਹੈ।
ਪਰ ਜਦੋਂ ਆਤਮ ਗਿਆਨ ਦੀ ਅਵਸਥਾ ਵਿੱਚ ਬਾਬਾ ਮਹਾਦੇਵ ਪਹੁੰਚੇ ਨੇ, ਉਹਨਾਂ ਨੂੰ ਆਨੰਦ ਚੜ੍ਹ ਜਾਂਦਾ ਹੈ, ਚਾਅ ਚੜ੍ਹ ਜਾਂਦਾ ਹੈ। ਮੋਹੇ ਮਰਨੇ ਕਾ ਚਾਉ ਹੈ ਵਾਲੀ ਅਵਸਥਾ ਅੰਦਰ ਹੈ ਕਿ ਫਿਰ ਕੀ, ਇਹ ਤੇ ਅਵਸਥਾ ਇਹੋ ਜੀ ਬਣ ਗਈ ਸੀ ਕਿ ਬੜੀ ਖੁਸ਼ੀ ਤੇ ਆਨੰਦ ਦੇ ਵਿੱਚ ਨੇ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਹੁਣ ਤੁਸੀਂ ਇਸੇ ਥਾਂ ਹੀ ਉਹ ਸਰੀਰ ਤਿਆਗਣਾ ਹੈ ਜਿੱਥੇ ਗੋਇੰਦਵਾਲ ਸਾਹਿਬ ਦੇ ਅਸਥਾਨ ਤੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਨੇ ਵੀ ਸਰੀਰ ਤਿਆਗਿਆ ਸੀ, ਨਾਨਾ ਗੁਰੂ ਅਮਰਦਾਸ ਜੀ ਨੇ ਵੀ ਤਿਆਗਿਆ ਸੀ। ਇਸ ਕਰਕੇ ਹੁਣ ਇੱਥੇ ਹੀ ਅਸੀਂ ਪਹੁੰਚੇ ਹੋਏ ਹਾਂ। ਇਸ ਕਰਕੇ ਆਪ ਜੀ ਵੀ ਇਸੇ ਅਸਥਾਨ ਤੇ ਹੀ ਸਰੀਰ ਤਿਆਗ ਦੇਣਾ। ਇਸ ਢੰਗ ਦੇ ਨਾਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਬਾਬਾ ਮਹਾਦੇਵ ਜੀ ਨੂੰ ਕਹਿੰਦੇ ਹੈ ਤੇ ਬਾਬਾ ਮਹਾਦੇਵ ਜੀ ਨੂੰ ਨਾਲ ਦੱਸਦੇ ਨੇ, ਸਰੀਰ ਛੱਡਣ ਲੱਗਿਆਂ ਤੁਹਾਨੂੰ ਕੋਈ ਕਸ਼ਟ ਨਹੀਂ ਹੋਏਗਾ। ਜਿਵੇਂ ਇੱਕ ਹਾਥੀ ਦੇ ਗਲ ਵਿੱਚ ਮਾਲਾ ਪਾਈ ਜਾਵੇ ਨਾ, ਤੇ ਉਹ ਮਾਲਾ ਦੇ ਮੋਹ ਵਿੱਚ ਨਹੀਂ ਪੈਂਦਾ ਤੇ ਮਾਲਾ ਨੂੰ ਤੋੜ ਕੇ ਪਾਸੇ ਕਰ ਦਿੰਦਾ। ਇੱਕ ਖਿੰਨ ਨਹੀਂ ਲੱਗਦਾ, ਮਾਲਾ ਕੋਈ ਬੰਧਨ ਨਹੀਂ ਬਣਦੀ। ਇੱਕ ਮਾਲਾ ਦੇ ਨਾਲ ਹਾਥੀ ਨੂੰ ਬੰਧਨ 'ਚ ਨਹੀਂ ਪਾਇਆ ਜਾ ਸਕਦਾ। ਇਸੇ ਤਰ੍ਹਾਂ ਮਾਲਾ ਵਾਂਗੋ ਜਿਵੇਂ ਮਾਲਾ ਨੂੰ ਹਾਥੀ ਲਾਹ ਕੇ ਪਾਸੇ ਕਰ ਦਿੰਦਾ ਹੈ, ਉਹਦਾ ਤਨਕ ਵੀ ਜ਼ੋਰ ਜਿਹੜਾ ਹੈ ਉਸ ਮਾਲਾ ਅੱਗੇ ਨਹੀਂ ਲੱਗਦਾ, ਕਿਉਂਕਿ ਐਡਾ ਬਲਵਾਨ ਹੈ ਹਾਥੀ। ਤੇ ਹਾਥੀ ਨੂੰ ਮਾਲਾ ਨੂੰ ਤੋੜਨ ਲੱਗਿਆ ਕਿੰਨਾ ਕੁ ਚਿਰ ਲੱਗੇਗਾ, ਕਿੰਨਾ ਕੁ ਜ਼ੋਰ ਲੱਗੇਗਾ। ਇਸੇ ਤਰੀਕੇ ਨਾਲ ਇਹ ਸਰੀਰ ਦੇ ਬੰਧਨ ਨੂੰ ਛੱਡ ਕੇ ਇਹਦੇ ਵਿੱਚੋਂ ਪ੍ਰਾਣ ਨਿਕਲਣ ਸਮਿਆਂ ਤੁਹਾਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਹੋਏਗਾ। ਜਿਵੇਂ ਹਾਥੀ ਨੂੰ ਮਾਲਾ ਤੋੜਨ ਤੇ ਕੋਈ ਕਸ਼ਟ ਨਹੀਂ, ਤੇ ਤੁਹਾਨੂੰ ਹੁਣ ਸਰੀਰ ਤਿਆਗਣ ਲੱਗਿਆਂ ਕੋਈ ਕਸ਼ਟ ਨਹੀਂ ਹੋਏਗਾ। ਇਸ ਤਰੀਕੇ ਨਾਲ ਜਦੋਂ ਸਮਝਾਉਂਦੇ ਹੈ ਤੇ ਬਾਬਾ ਮਹਾਦੇਵ ਜੀ ਬੜੇ ਆਨੰਦ ਵਿੱਚ ਕਹਿੰਦੇ ਨੇ, ਮੈਂ ਹੁਣ ਬੇਫਿਕਰਾ ਹੋ ਗਿਆ ਹਾਂ, ਸਰੀਰ ਛੱਡਣ ਦੀ ਮੈਨੂੰ ਕੋਈ ਚਿੰਤਾ ਨਹੀਂ। ਤੇ ਮੈਨੂੰ ਇੰਨੀ ਗੱਲ ਸਮਝ ਵਿੱਚ ਆ ਗਈ ਹੈ ਕਿ ਤੁਹਾਡੀ ਬਖਸ਼ਿਸ਼ ਕਰਕੇ ਕਰਮ ਗਤੀ ਅਨੁਸਾਰ ਜੋ ਹੋਏਗਾ ਹੁਣ ਭਲਾ ਹੀ ਹੋਵੇਗਾ। ਇਸ ਤਰੀਕੇ ਦੇ ਨਾਲ ਬਚਨ ਫਿਰ ਬਾਬਾ ਮਹਾਦੇਵ ਜੀ ਕਰਦੇ ਹੈ। ਜਿਵੇਂ ਉਹਨਾਂ ਨੇ ਸਰੀਰ ਤਿਆਗਣਾ ਹੈ, ਜਿਵੇਂ ਸਤਿਗੁਰੂ ਮਰਿਆਦਾ ਨਿਭਾਉਂਦੇ ਹੈ। ਇਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਪ੍ਰਸੰਗ ਆਪਣਾ ਧਿਆਨ ਉਸ ਸਥਾਨ ਤੇ ਲੈ ਚੱਲੋ। ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਆਪ ਜੀ ਮੰਜੀ ਸਾਹਿਬ ਦੀਵਾਨ ਹਾਲ ਹਾਜ਼ਰ ਹੋ, ਮੀਡੀਆ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਹਾਜ਼ਰੀਆਂ ਲਵਾ ਰਹੇ ਹੋ, ਸਾਰੇ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਨਿਤ ਅਮਰ ਨਾ ਜਨਮ ਨਾ ਮਰਨੋ। ਬਾਬਾ ਮਹਾਦੇਵ ਜੀ ਕਹਿੰਦੇ ਹੁਣ ਮੈਂ ਉਹ ਅਵਸਥਾ ਪ੍ਰਾਪਤ ਕਰ ਲਈ ਹੈ ਜਿੱਥੇ ਮੈਨੂੰ ਸਮਝ ਆ ਗਈ ਹੈ ਕਿ ਇਹ ਸਰੀਰ ਜੰਮਦਾ ਤੇ ਮਰਦਾ ਹੈ, ਪਰ ਅਸਲ ਵਿੱਚ ਜਿਹੜਾ ਮੇਰਾ ਅਸਲ ਸਰੂਪ ਹੈ ਉਹਦੇ ਵਿੱਚ ਜਨਮ ਮਰਨ ਦਾ ਪ੍ਰਭਾਵ ਨਹੀਂ ਪੈਂਦਾ ਹੈ। ਮਿਥਿਆ ਦੇਹ ਨਾ ਥਿਰਤਾ ਪਾਏ। ਇਹ ਸਰੀਰ ਮਿਥਿਆ ਹੈ, ਬਿਨਸ ਜਾਣ ਵਾਲਾ ਹੈ, ਇਹ ਸਦਾ ਟਿਕਣ ਵਾਲਾ ਨਹੀਂ। ਇਹ ਸਰੀਰ ਤੇ ਇੱਕ ਸਾਧਨ ਮਾਤਰ ਹੈ। ਜਿਵੇਂ ਕੋਈ ਮਨੁੱਖ ਕਿਸੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਸਾਧਨ ਵਰਤਦਾ ਹੈ, ਇਸੇ ਤਰ੍ਹਾਂ ਸਰੀਰ ਕੇਵਲ ਮਿਥਿਆ ਸਾਧਨ ਹੈ ਜੋ ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ, ਇਹ ਸੰਸਾਰ ਯਾਤਰਾ ਕਰਨ ਵਾਸਤੇ ਪ੍ਰਮਾਤਮਾ ਵੱਲੋਂ ਮਿਲਿਆ ਹੈ। ਅਸਲ ਵਿੱਚ ਇਹ ਸਰੀਰ ਕਿਸੇ ਦਾ ਵੀ ਸਦਾ ਕਾਇਮ ਨਹੀਂ ਰਹਿੰਦਾ ਹੈ। ਇਮ ਕਹਿ ਰਹਿਓ ਆਨੰਦਤ ਆਤਸ਼ੈ। ਇਸ ਤਰੀਕੇ ਦੇ ਨਾਲ ਗੱਲਾਂ ਕਰਦੇ ਹੋਏ ਬਾਬਾ ਮਹਾਦੇਵ ਜੀ ਬੜੇ ਆਨੰਦ 'ਚ ਹੈ। ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਵਾਲੀ ਅਵਸਥਾ ਉਹਨਾਂ ਦੇ ਅੰਦਰ ਬਣ ਚੁੱਕੀ ਹੈ। ਭ੍ਰਮ ਅਗਿਆਨ ਸਮੇਤ ਬਿਹਾਏ। ਜਿਹੜੇ ਭਰਮ ਦੇ ਤੇ ਅਗਿਆਨਤਾ ਦੇ ਪਰਦੇ ਸਨ, ਇਹ ਸਾਰੇ ਅੰਦਰੋਂ ਹਟ ਗਏ ਨੇ ਤੇ ਅੰਦਰ ਨਿਰੰਕਾਰ ਜਿਹੜਾ ਨਜ਼ਰ ਆਉਂਦਾ ਸੀ, ਬਾਹਰ ਵੀ ਵੇਖਿਆ ਉਸੇ ਦੇ ਦੀਦਾਰ ਹੁੰਦੇ ਹਨ। ਬੀਤ ਗਏ ਦਿਨ ਸਮਾਂ ਸੋ ਆਇਓ। ਇਸ ਤਰ੍ਹਾਂ 2 ਦਿਨ ਦਾ ਜਿਹੜਾ ਸਮਾਂ ਸੀ ਸਾਧ ਸੰਗਤ, ਉਹ ਵੀ ਇਸੇ ਆਨੰਦ ਦੇ ਵਿੱਚ ਬਾਬਾ ਮਹਾਦੇਵ ਜੀ ਦਾ ਬਤੀਤ ਹੋ ਗਿਆ ਤੇ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਗਿਆ ਹੈ। ਜਾਣਿਓ ਤਨ ਕੋ ਤਜਨ ਸੁਭਾਏ। ਤੇ ਸੁਭਾਵਕ ਹੀ ਬਾਬਾ ਮਹਾਦੇਵ ਜੀ ਨੂੰ ਪਤਾ ਲੱਗ ਗਿਆ ਕਿ ਹੁਣ ਉਹ ਸਮਾਂ ਨੇੜੇ ਆ ਗਿਆ ਜੋ ਪ੍ਰਮਾਤਮਾ ਦੇ ਵੱਲੋਂ ਜਿਸ ਘੜੀ ਨੂੰ ਲਿਖਾ ਕੇ ਜੀਵ ਸੰਸਾਰ ਵਿੱਚ ਆਉਂਦਾ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ, ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ। ਇਹ ਸੰਸਾਰ ਦੀ ਇੱਕ ਕਲਾ ਹੈ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇਹ ਸਾਰੀ ਸੰਸਾਰ ਦੀ ਇੱਕ ਖੇਡ ਹੈ, ਰਹਿਣਾ ਕਿਸੇ ਨੇ ਸੰਸਾਰ ਦੇ ਵਿੱਚ ਨਹੀਂ। ਉਹ ਸਮਾਂ ਜਿਹੜਾ ਹੈ ਨੇੜੇ ਆ ਗਿਆ। ਬਾਬਾ ਮਹਾਦੇਵ ਜੀ ਨੇ ਜਦੋਂ ਜਾਣ ਲਿਆ, ਸ਼੍ਰੀ ਅਰਜਨ ਢਿਗ ਹਵੈ ਕਰ ਪੌੜਿਓ। ਬੜੇ ਪਿਆਰ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਸ ਅਸਥਾਨ ਤੇ
ਬਖਸ਼ਿਸ਼ ਵਰਤਾ ਰਹੇ ਸਨ, ਸੱਜੇ ਹੋਏ ਸਨ, ਚੌਂਕੜਾ ਮਾਰ ਕੇ ਬੈਠੇ ਸਨ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆ ਕਰਕੇ ਉਹ ਲੰਮੇ ਪੈ ਗਏ ਹਨ ਕਹਿਓ ਪ੍ਰਾਨ ਅਬ ਮੇਰੋ ਤੇ ਜਾਏ। ਬੜੇ ਪਿਆਰ ਨਾਲ ਕਹਿਣ ਲੱਗੇ ਕਿ ਹੁਣ ਮੇਰੇ ਇਹ ਪ੍ਰਾਣ ਛੱਡਣ ਦਾ, ਸਰੀਰ ਤਿਆਗਣ ਦਾ ਇਹ ਸਮਾਂ ਜਿਹੜਾ ਹੈ ਆ ਗਿਆ ਹੈ। ਤਬ ਸਤਿਗੁਰ ਪਰਿਵਾਰ ਸਹਿਤ ਕੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੰਤਰਜਾਮੀ, ਦਿਲਾਂ ਦੀ ਜਾਣਨ ਵਾਲੇ, ਭੂਤ ਭਵਿੱਖ ਵਰਤਮਾਨ ਦੀ ਹਰ ਗੱਲ ਨੂੰ ਸਮਝਣ ਜਾਣਨ ਵਾਲੇ, ਜਿਨ੍ਹਾਂ ਦੇ ਹੁਕਮ ਵਿੱਚ ਸਾਰਾ ਸੰਸਾਰ ਹੈ, ਉਹ ਸਤਿਗੁਰੂ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਨੇ ਉਸ ਵਕਤ ਸਾਰੇ ਪਰਿਵਾਰ ਨੂੰ ਇਸ ਬਾਰੇ ਦੱਸਣਾ ਕੀਤਾ। ਮੋਹਰੀ ਤਤਸ਼ਨ ਲੀਨ ਬੁਲਾਏ। ਸਾਰਾ ਪਰਿਵਾਰ, ਬਾਬਾ ਮੋਹਰੀ ਜੀ ਆਦਿਕ ਸਾਰੇ ਪਰਿਵਾਰ ਨੂੰ ਸੱਦਾ ਭੇਜ ਦਿੱਤਾ ਹੈ। ਸੰਸਰਾਮ ਜਿਹ ਸਾਥ ਅਰਥ ਮਲ। ਬਾਬਾ ਸੰਸਰਾਮ ਜੀ ਜਿਹੜੇ ਬਾਬਾ ਮੋਹਨ ਜੀ ਦੇ ਪੁੱਤਰ ਹਨ, ਇਸੇ ਤਰੀਕੇ ਨਾਲ ਬਾਬਾ ਅਰਥਮਲ ਜੀ ਬਾਬਾ ਮੋਹਰੀ ਜੀ ਦੇ ਵੱਡੇ ਪੁੱਤਰ, ਇਹ ਸਾਰਾ ਪਰਿਵਾਰ ਜਿਹੜਾ ਸੀ ਸਾਰਿਆਂ ਨੂੰ ਸੱਦਾ ਭੇਜਿਆ ਹੈ। ਸਿੱਖ ਸੰਗਤ ਆਨੰਦ ਸੋ ਆਏ। ਸਾਧ ਸੰਗਤ, ਕਿਉਂਕਿ ਗੁਰੂ ਅਰਜਨ ਸਾਹਿਬ ਗੋਇੰਦਵਾਲ ਸਾਹਿਬ ਦੀ ਹੀ ਧਰਤੀ ਤੇ ਸਨ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੀ ਇਹ ਸਾਰਾ ਪਰਿਵਾਰ ਸੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪੁੱਤ ਪੋਤਰੇ, ਬਾਬਾ ਮੋਹਨ ਜੀ ਮੋਹਰੀ ਜੀ ਪੁੱਤਰ ਨੇ, ਅੱਗੇ ਸਾਰੇ ਇਹ ਪੋਤਰੇ ਬਾਬਾ ਸੰਸਰਾਮ ਜੀ, ਬਾਬਾ ਅਰਥਮਾਲ ਜੀ, ਬਾਬਾ ਆਨੰਦ ਜੀ ਆਦਿਕ, ਪੜਪੋਤਰੇ ਅੱਗੇ ਬਾਬਾ ਸੁੰਦਰ ਜੀ ਆਦਿ, ਸਾਰਾ ਹੀ ਪਰਿਵਾਰ ਜਿਹੜਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਅੰਸ਼ ਮੰਚ ਰਹਿੰਦਾ ਹੈ। ਸਤਾ ਅਰ ਬਲਵੰਡ ਬੁਲਾਏ। ਸਾਰੇ ਪਰਿਵਾਰ ਨੂੰ ਸਤਿਗੁਰਾਂ ਨੇ ਬੁਲਾਇਆ। ਬਾਬਾ ਆਨੰਦ ਜੀ ਵੀ ਆ ਗਏ ਤੇ ਸਾਰੇ ਹੁਣ ਉਸ ਸਥਾਨ ਤੇ ਇਕੱਤਰ ਹੋ ਗਏ। ਫਿਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੁਰੂ ਘਰ ਦੇ ਰਬਾਬੀਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਮਕਲੀ ਕੀ ਵਾਰ ਦੇ ਰੂਪ ਵਿੱਚ ਆਪ ਜੀ ਸਾਰੇ ਪੜ੍ਹਦੇ ਤੇ ਸੁਣਦੇ ਹੋ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੂੰ ਵੀ ਬੁਲਾਉਣਾ ਕੀਤਾ ਹੈ। ਕਰੋ ਕੀਰਤਨ ਬਚ ਫਰਮਾਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਹੁਣ ਇਸ ਤਰ੍ਹਾਂ ਕਰੋ, ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਗਾਇਨ ਕਰੋ, ਗੁਰਬਾਣੀ ਦੇ ਸ਼ਬਦ ਗਾਇਨ ਕਰਨਾ ਕਰੋ, ਭਾਵ ਸਾਰੇ ਰਲ ਕੇ ਹੁਣ ਪਿਆਰ ਨਾਲ ਕੀਰਤਨ ਕਰਨਾ ਕਰੋ। ਭਈ ਭੀਰ ਧੁਨ ਉਠੀ ਸ਼ਬਦ ਕੀ। ਇਸ ਤਰੀਕੇ ਨਾਲ ਸਾਰੀ ਸਿੱਖ ਸੰਗਤ ਇਕੱਠੀ ਹੋਈ ਹੈ। ਬਾਬਾ ਮਹਾਦੇਵ ਜੀ ਨੇ ਸਰੀਰ ਤਿਆਗਣਾ ਹੈ। ਸਾਰੇ ਰਲ ਕੇ ਹੁਣ ਪਿਆਰ ਦੇ ਨਾਲ ਸ਼ਬਦ ਗਾਇਨ ਕਰਦੇ ਹਨ। ਕੀਰਤਨ ਹੋਣ ਲੱਗ ਪਿਆ ਹੈ। ਬੜੇ ਸੋਹਣੇ ਤਰੀਕੇ ਨਾਲ ਰਾਗਾਂ ਦੇ ਵਿੱਚ ਕੀਰਤਨ ਕੀਤਾ ਜਾਂਦਾ ਹੈ। ਸੁਨ ਬੈਰਾਗ ਸਭਨ ਉਪਜਾਏ। ਇਹ ਬਾਣੀ ਦਾ ਬੈਰਾਗਮਈ ਕੀਰਤਨ ਮਨ ਦੇ ਅੰਦਰ, ਹਿਰਦੇ ਦੇ ਅੰਦਰ ਬੈਰਾਗ ਦੀ ਭਾਵਨਾ ਪੈਦਾ ਕਰਦਾ ਏ। ਹਿਰਦੇ ਅੰਦਰ ਐਸੀ ਅਵਸਥਾ ਕਿ ਇਸ ਸੰਸਾਰ ਦੇ ਵਿੱਚ ਕਿਸੇ ਨੇ ਵੀ ਸਦਾ ਨਹੀਂ ਰਹਿਣਾ। ਇਸ ਰੂਪ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਪਿਆਰ ਨਾਲ ਪੜ੍ਹੇ ਜਾਂਦੇ ਹਨ। ਮਹਾਦੇਵ ਸਭਨ ਕੋ ਭਿਖ ਕਰ। ਧੰਨ ਬਾਬਾ ਮਹਾਦੇਵ ਜੀ, ਜਿਨ੍ਹਾਂ ਨੇ ਸਾਰਿਆਂ ਨੂੰ ਦੇਖਿਆ, ਸਿੱਖ ਸੰਗਤਾਂ ਨੂੰ ਤੇ ਪਰਿਵਾਰ ਨੂੰ ਜਦੋਂ ਕੋਲ ਇਕੱਠੇ ਹੋਏ ਵੇਖਦੇ ਹਨ। ਕਰ ਕੋ ਜੋਰ ਬੰਦਨਾ ਕੀਨ। ਹੱਥ ਜੋੜ ਕੇ ਸਾਰਿਆਂ ਨੂੰ ਬਾਬਾ ਮਹਾਦੇਵ ਜੀ ਨੇ ਨਮਸਕਾਰ ਕੀਤੀ ਹੈ। ਸ਼ਿਮੋ ਸਰਬ ਹੀ ਜੇ ਮਮ ਅਵਗੁਣ। ਕਿ ਮੇਰੇ ਪਾਸੋਂ ਜੇ ਸੰਸਾਰ ਦੇ ਵਿੱਚ ਰਹਿੰਦਿਆਂ ਕਿਸੇ ਨਾਲ ਕੋਈ ਵਾਧਾ ਘਾਟਾ ਹੋ ਗਿਆ ਹੋਵੇ, ਮੈਨੂੰ ਮੇਰੇ ਔਗਣ ਵੇਖ ਕੇ ਨਾ ਜਾਣਿਓ, ਮੈਨੂੰ ਮੁਆਫ ਕਰ ਦਿਓ, ਖਿਮਾ ਕਰ ਦਿਓ ਜੀ। ਸਤ ਸੰਗਤ ਗੁਰ ਸਿੱਖ ਪ੍ਰਬੀਨ। ਗੁਰੂ ਦੇ ਸਿੱਖ ਬੜੇ ਸਿਆਣੇ ਤੇ ਪ੍ਰਬੀਨ ਹਨ। ਸਤ ਸੰਗਤ ਬੜੀ ਮਹਾਨ ਹੈ ਤੇ ਸੰਗਤ ਵਿੱਚ ਰੱਬ ਵਸਦਾ। ਇਸ ਕਰਕੇ ਤੁਹਾਡੇ ਪਾਸੋਂ ਕਹਿੰਦੇ ਮੈਂ ਖਿਮਾ ਦਾ ਜਾਚਕ ਹਾਂ। ਅਗਰ ਸੰਸਾਰ ਵਿੱਚ ਮੈਂ ਕਿਸੇ ਨਾਲ ਵਿਚਰਦਿਆਂ ਕੋਈ ਵਾਦ ਘਾਟ ਦੀ ਗੱਲ ਹੋ ਗਈ ਹੋਵੇ, ਇਹ ਕਿਸੇ ਵਿਰਲੇ ਨੂੰ ਹੀ ਸੁਭਾਗ ਪ੍ਰਾਪਤ ਹੁੰਦਾ ਹੈ। ਕਿਉਂਕਿ ਪਤਾ ਨਹੀਂ ਕਿਸੇ ਨੂੰ ਕਿ ਕਿਹੜੀ ਘੜੀ ਵਿੱਚ ਸਾਡੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣੇ ਆ ਤੇ ਸੰਸਾਰ ਦੇ ਅੰਦਰ ਵਿਚਰਦਿਆਂ ਅਨੇਕਾਂ ਜੀਵਾਂ ਦੇ ਨਾਲ ਅਸੀਂ ਵਾਦ ਘਾਟ ਕਰਦੇ ਹਾਂ। ਤੇ ਜਿੱਥੇ ਖਿਮਾ ਦਾ ਗੁਣ ਹੋ ਜਾਏ ਉੱਥੇ ਰੱਬ ਵਸਦਾ ਹੈ ਤੇ ਸੰਗਤ ਦੇ ਵਿੱਚ ਇਹ ਵਡਿਆਈ ਹੋਇਆ ਕਰਦੀ ਹੈ। ਤੇ ਬੜੇ ਪਿਆਰ ਨਾਲ ਸੰਗਤ ਅੱਗੇ ਖਿਮਾ ਦੀ ਜਾਚਨਾ ਕਰਦੇ ਹਨ। ਦੇਹੋ ਸਕਲ ਬਾਰ ਮਨ ਲਹਿ ਥੇਰ। ਤੇ ਫਿਰ ਕਹਿੰਦੇ ਹੁਣ ਸਾਰੇ ਮੈਨੂੰ ਇਹ ਅਸੀਸ ਬਖਸ਼ਿਸ਼ ਕਰੋ। ਕਿਹੜੀ ਅਸੀਸ? ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਕਿ ਸਦਾ ਵਾਸਤੇ ਨਿਰੰਕਾਰ ਦੇ ਚਰਨਾਂ ਵਿੱਚ ਮੇਰਾ ਵਾਸ ਹੋ ਸਕੇ, ਗੁਰੂ ਚਰਨਾਂ ਵਿੱਚ ਸਦਾ ਵਾਸਤੇ ਮੈਂ ਭੇਦ ਹੋ ਸਕਾਂ। ਇਹੋ ਜੀ ਮੈਨੂੰ ਅਸੀਸ ਬਖਸ਼ਿਸ਼ ਕਰੋ
ਕਿ ਮੈਂ ਆਤਮਿਕ ਤੌਰ ਤੇ ਸਦਾ ਵਾਸਤੇ ਗੁਰੂ ਚਰਨਾਂ ਵਿੱਚ ਲੀਨ ਹੋ ਜਾਵਾਂ, ਥਿਰ ਹੋ ਜਾਵਾਂ, ਭਟਕਣਾ ਤੋਂ ਮੁਕਤ ਹੋ ਜਾਵਾਂ ਪਰਮੇਸ਼ਰ ਮੈਂ ਹੋਵਸ ਲੀਨ। ਤੇ ਔਰ ਪਰਮੇਸ਼ਰ ਦੇ ਵਿੱਚ ਮੈਂ ਸਦਾ ਵਾਸਤੇ ਲੀਨ ਹੋ ਜਾਵਾਂ, ਭਾਵ ਪਰਮੇਸ਼ਰ ਨਾਲ ਇੱਕਮਿਕ ਹੋ ਜਾਵਾਂ। ਸਿੱਖ ਦੇ ਜੀਵਨ ਦੀ ਮੰਜ਼ਿਲ ਹੈ ਸਾਧ ਸੰਗਤ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ, ਉਹਦੇ ਨਾਲ ਇੱਕਮਿਕ ਹੋਣਾ ਹੈ। ਨੌਵੇਂ ਪਾਤਸ਼ਾਹ ਦੇ ਬਚਨ ਆਪ ਸਾਰੇ ਹੀ ਪੜ੍ਹਦੇ ਹੋ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ। ਇਹ ਜਿਹਦੇ ਗੁਣ ਨੇ ਉਹਦੇ ਅੰਦਰ ਰੱਬ ਵਸਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਪਾਣੀ ਵਿੱਚ ਰਲ ਕੇ ਇੱਕਮਿਕ ਹੋ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਇਹ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਕਰਕੇ ਇੱਕਮਿਕ ਹੋ ਜਾਂਦੀ ਹੈ, ਜਿਹਨੂੰ ਮੁਕਤ ਅਵਸਥਾ ਕਿਹਾ ਜਾਂਦਾ ਹੈ। ਜਿਉਂਦਿਆਂ ਜੀ ਵੀ ਮੁਕਤ ਅਵਸਥਾ ਮਿਲਦੀ ਹੈ ਤੇ ਫਿਰ ਮਰਨ ਤੋਂ ਬਾਅਦ ਤੇ ਕੇਵਲ ਸਰੀਰ ਸਾਂਭਣ ਤੱਕ ਦੀ ਕਿਰਿਆ ਰਹਿ ਜਾਂਦੀ। ਸਿੱਖ ਉਸ ਅਵਸਥਾ ਤੱਕ ਪਹੁੰਚ ਜਾਂਦਾ ਹੈ ਤੇ ਬਾਬਾ ਮਹਾਦੇਵ ਜੀ ਕਹਿੰਦੇ ਨੇ ਮੈਨੂੰ ਹੁਣ ਅਸੀਸ ਬਖਸ਼ਿਸ਼ ਕਰੋ। ਆ ਗੁਰੂ ਕੀ ਗੋਦ ਵਿੱਚ ਜਿੰਨੇ ਸਾਰੇ ਸੁਰਤ ਕਰਕੇ ਹਾਜ਼ਰੀਆਂ ਲਵਾ ਰਹੇ ਆ, ਚੇਤੇ ਰੱਖੀਏ ਸਾਡੇ ਜਿਉਂਦਿਆਂ ਜੀ ਸਾਡੇ ਵਾਸਤੇ ਇਹ ਬਾਣੀ ਦੇ ਰਾਹੀਂ ਪ੍ਰੇਰਨਾ ਦਿੱਤੀ ਹੈ। ਜੋ ਬਾਬਾ ਮਹਾਦੇਵ ਜੀ ਸੰਗਤ ਪਾਸੋਂ ਕਹਿੰਦੇ ਨੇ ਮੈਨੂੰ ਬਖਸ਼ ਦਿਓ, ਕਿਉਂਕਿ ਸੰਗਤ ਵਿੱਚ ਰੱਬ ਵਸਦਾ ਹੈ। ਇਸੇ ਤਰ੍ਹਾਂ ਸਾਡੇ ਵੀ ਮਨ ਚੋਂ ਇਹ ਅਰਦਾਸ ਨਿਕਲੇ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ, ਕਿ ਹੇ ਰੱਬ ਜੀ ਇਸ ਸੰਸਾਰ ਦੇ ਵਿੱਚ ਆਉਂਦਿਆਂ ਐਤਕੀ ਬਖਸ਼ ਲੈ, ਇਹ ਜੰਮਣ ਮਰਨ ਦੇ ਗੇੜ ਤੋਂ ਤੂੰ ਮੁਕਤ ਕਰ। ਭਾਵ ਜੀ ਆਉਣਾ ਵੀ ਹੈ ਤੇ ਤੇਰਾ ਹੁਕਮ ਹੈ, ਉਸ ਹੁਕਮ ਦੇ ਅਨੁਸਾਰ ਆਉਣਾ ਜਾਣਾ ਬਣਿਆ ਰਹੇ, ਪਰ ਬੰਧਨ ਰੂਪ ਹੋ ਕਰਕੇ ਸੰਸਾਰ ਵਿੱਚ ਨਾ ਆਈਏ। ਭਾਵ ਸੰਸਾਰ ਦੇ ਵਿੱਚ ਭੋਗ ਜੋਨੀ ਦੇ ਰੂਪ ਵਿੱਚ ਨਾ ਆਈਏ, ਬਲਕਿ ਤੇਰੇ ਵੱਲੋਂ ਭੇਜੇ ਤੇਰੇ ਦਿੱਤੇ ਹੋਏ ਕੰਮ ਨੂੰ ਕਰਨ ਵਾਸਤੇ ਸੰਸਾਰ ਦੇ ਵਿੱਚ ਆਉਣਾ ਹੋਵੇ। ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਵਾਲੀ ਅਵਸਥਾ ਵਿੱਚ ਸੰਸਾਰ ਵਿੱਚ ਆਉਣਾ ਜਾਣਾ ਹੋਵੇ, ਬੰਧਨ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਉਣਾ ਜਾਣਾ ਨਾ ਹੋਵੇ। ਇਸ ਰੂਪ ਵਿੱਚ ਪ੍ਰਮਾਤਮਾ ਕਿਤੇ ਕਿਰਪਾ ਕਰਕੇ ਸਾਡੀ ਸਾਰਿਆਂ ਦੀ ਬੇਨਤੀ ਪ੍ਰਵਾਨ ਕਰੇ। ਤੇ ਬਾਬਾ ਮਹਾਦੇਵ ਜੀ ਇਹੀ ਅਸੀਸਾਂ ਮੰਗਦੇ ਨੇ ਕਿ ਮੇਰਾ ਪਰਮੇਸ਼ਰ ਦੇ ਚਰਨਾਂ ਵਿੱਚ ਅਭੇਦ ਵਾਸਾ ਹੋ ਜਾਏ। ਇਸ ਕਰਕੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸੁਨ ਕਰ ਸਭਨ ਨਮੋ ਤਿਸ ਕੋ ਕਰ। ਇਸ ਤਰੀਕੇ ਨਾਲ ਬਾਬਾ ਮਹਾਦੇਵ ਜੀ ਦੀ ਅਵਸਥਾ ਵੇਖ ਕੇ ਸਾਰਿਆਂ ਨੇ ਨਮਸਕਾਰ ਸਤਕਾਰ ਕੀਤਾ ਹੈ। ਅਸ਼ਰ ਭਰੇ ਦ੍ਰਿਗ ਤਨ ਤਜ ਚੀਨ। ਕਈ ਵਾਰ ਕਿਤੇ ਆਪਣੇ ਦਾ ਵਿਛੋੜਾ ਮਨ ਵਿੱਚ ਬੈਰਾਗ ਦੀ ਅਵਸਥਾ ਲੈ ਆਉਂਦਾ ਹੈ। ਬਾਬਾ ਮਹਾਦੇਵ ਜੀ ਨਾਲ ਜਿਨ੍ਹਾਂ ਦਾ ਪਿਆਰ ਸੀ ਉਹਨਾਂ ਦੇ ਹਿਰਦੇ ਅੰਦਰ ਬੈਰਾਗ ਵੀ ਪੈਦਾ ਹੋਇਆ ਹੈ। ਪੌੜਿਓ ਪਾਏ ਬਦਨ ਪਰ ਅੰਬਰ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਕੋਲ ਜਿਸ ਵਕਤ ਲੇਟੇ ਹਨ ਤੇ ਉੱਥੇ ਸਰੀਰ ਦੇ ਉੱਪਰ ਇੱਕ ਵਸਤਰ ਉਹਨਾਂ ਨੇ ਲੈ ਲਿਆ ਹੈ। ਤਤਸ਼ਨ ਤਨ ਤਜ ਸਭਨ ਮਝਾਰ। ਉਹਨਾਂ ਦੇ ਉੱਪਰ ਇੱਕ ਵਸਤਰ ਜਿਹੜਾ ਸੀ ਦਿੱਤਾ ਗਿਆ, ਚਾਦਰ ਉੱਪਰ ਦਿੱਤੀ ਗਈ ਹੈ ਤੇ ਫਿਰ ਵਹਿੰਦਿਆਂ ਹੀ ਵਹਿੰਦਿਆਂ ਖਿੰਨ ਪਲ ਲੱਗਾ ਹੈ। ਪਲ ਖਿੰਨ ਦੇ ਵਿੱਚ ਇਹ ਸਰੀਰ ਦੇ ਵਿੱਚੋਂ ਭੌਰ ਉਡਾਰੀ ਮਾਰ ਜਾਂਦਾ ਹੈ। ਲੀਨ ਭਇਓ ਸ਼੍ਰੀ ਅਰਜਨ ਮੈਂ ਤਬ। ਉਹ ਜਿਹੜੀ ਜੋਤ ਨਿਕਲ ਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਪ੍ਰਤੱਖ ਹਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਲੀ ਅਵਸਥਾ ਅਨੁਸਾਰ ਇਸ ਤਰੀਕੇ ਦੇ ਨਾਲ ਇੱਕਮਿਕ ਹੋ ਜਾਂਦੇ ਹਨ। ਲਹੀ ਏਕਤਾ ਗਤੀ ਉਦਾਰ। ਇਸ ਤਰੀਕੇ ਨਾਲ ਵੱਡੀ ਮੁਕਤ ਅਵਸਥਾ ਧਾਰਨ ਕਰਕੇ ਗੁਰੂ ਚਰਨਾਂ ਦੇ ਵਿੱਚ ਉਹ ਸਦੀਵੀ ਤੌਰ ਤੇ ਅਭੇਦਤਾ ਬਾਬਾ ਮਹਾਦੇਵ ਜੀ ਨੇ ਪ੍ਰਾਪਤ ਕਰ ਲਈ ਹੈ। ਧੰਨ ਧੰਨ ਮੁਖ ਕਰਹਿ ਉਚਾਰਨ। ਸਾਰੀ ਸੰਗਤ ਬੜੇ ਪਿਆਰ ਦੇ ਨਾਲ ਇਸ ਅਵਸਥਾ ਵੇਖ ਕਰਕੇ ਧੰਨ ਧੰਨ ਬਾਬਾ ਮਹਾਦੇਵ ਜੀ ਕਹਿ ਕੇ ਸਾਰੇ ਬਚਨ ਕਰਦੇ, ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਭਾਵੇਂ ਈਰਖਾ ਕਰਦੇ ਰਹੇ ਹੈ, ਪਰ ਬਾਬਾ ਮਹਾਦੇਵ ਜੀ ਅਖੀਰਲੇ ਸਮੇਂ ਦੇ ਵਿੱਚ ਭਾਵੇਂ ਉਹਨਾਂ ਦੇ ਮਨ 'ਚ ਜੀਵਨ ਪਰ ਬਹੁਤਾ ਕਿਸੇ ਪ੍ਰਕਾਰ ਦਾ ਵੈਰ ਵਿਰੋਧ ਨਹੀਂ, ਵਿਆਹ ਆਦਿਕ ਵੀ ਉਹਨਾਂ ਨੇ ਨਹੀਂ ਸੀ ਕਰਾਇਆ ਤੇ ਬੈਰਾਗ ਅਵਸਥਾ ਵਿੱਚ ਰਹੇ ਨੇ। ਪਰ ਕਵੀ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਮਹਾਕਵੀ ਜੀ ਨੇ ਲਿਖਿਆ ਹੈ
ਕਿ ਅਖੀਰਲੇ ਸਮੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸਤਿਗੁਰੂ ਰੂਪ ਜਾਣ ਕਰਕੇ ਸਦਾ ਵਾਸਤੇ ਉਹਨਾਂ ਦੇ ਚਰਨਾਂ ਵਿੱਚ ਅਭੇਦ ਹੋ ਗਏ। ਗੁਰੂ ਰਾਮਦਾਸ ਪਾਤਸ਼ਾਹ ਦੇ ਵਿਚਕਾਰਲੇ ਪੁੱਤਰ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾ ਨੇ ਬਾਬਾ ਮਹਾਦੇਵ, ਤੇ ਸਾਰੇ ਹੁਣ ਧੰਨ ਧੰਨ ਬਾਬਾ ਮਹਾਦੇਵ ਕਹਿ ਕੇ ਉਚਾਰਨ ਕਰਦੇ ਹਨ। ਉਸਤਤ ਸੁਜਸ ਭਨਤ ਬਹੁ ਬਾਰ, ਬਾਰ-ਬਾਰ ਗੁਣ ਚੇਤੇ ਕਰਕੇ ਜੀਵਨ ਨੂੰ ਵੇਖ ਕੇ ਕਿ ਕਿਸੇ ਨਾਲ ਕੋਈ ਈਰਖਾ ਨਫ਼ਰਤ ਦਵੈਸ਼ ਦੀ ਭਾਵਨਾ ਨਹੀਂ ਰੱਖੀ ਬਾਬਾ ਮਹਾਦੇਵ ਜੀ। ਬੜੇ ਸਹਿਜ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਹੈ। ਇਸ ਤਰ੍ਹਾਂ ਸਾਰੇ ਉਹਨਾਂ ਦੀ ਵਡਿਆਈ ਕਰਦੇ ਹਨ। ਸਤਨਾਮ ਸਿਮਰਹਿ ਬੈਰਾਗ ਹੈ। ਇਸ ਤਰੀਕੇ ਨਾਲ ਸਾਰੇ ਫਿਰ ਸੱਚੇ ਪਰਮੇਸ਼ਰ ਦਾ ਨਾਮ ਚੇਤੇ ਕਰਦੇ ਨੇ ਕਿ ਰਹਿਣਾ ਤੇ ਪਰਮੇਸ਼ਰ ਨੇ ਹੀ ਸਤ ਹੈ। ਸਤ ਦਾ ਨਾਮ ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਹ ਪਰਮੇਸ਼ਰ ਦਾ ਨਾਮ ਸਾਰੇ ਸਿਮਰਦੇ ਹਨ, ਮਨ ਵਿੱਚ ਜਿਨ੍ਹਾਂ ਦੇ ਫਿਰ ਬੈਰਾਗ ਪੈਦਾ ਹੋਇਆ ਹੈ। ਇਹ ਜਗ ਸਗਰੋ ਦੀ ਸਤਿਸ਼ਾਰ, ਜਿਨ੍ਹਾਂ ਦੇ ਅੰਦਰ ਇਹ ਅਵਸਥਾ ਵੇਖ ਕੇ ਇਦਾਂ ਦਾ ਬੈਰਾਗ ਪੈਦਾ ਹੁੰਦਾ ਏ ਤੇ ਸਾਰੇ ਵੇਖਦੇ ਨੇ ਸਾਰਾ ਹੀ ਸੰਸਾਰ ਬਿਨਸ ਜਾਣ ਵਾਲਾ। ਆਪਾਂ ਜਿੰਨੇ ਬੈਠੇ ਆ, ਕਦੇ ਕੋਈ ਜੀਵ ਚੜ੍ਹਾਈ ਕਰ ਜਾਏ ਉਹਨਾਂ ਕੁ ਚਿਰ ਵਾਸਤੇ ਸਾਨੂੰ ਐਂ ਲੱਗਦਾ ਹੈ ਕਿ ਜਿਵੇਂ ਅਸੀਂ ਵੀ ਚਲੇ ਜਾਣਾ, ਪਰ ਜਿਉਂ ਹੀ ਅੰਤਮ ਸੰਸਕਾਰ ਦੀਆਂ ਕਿਸੇ ਦੀਆਂ ਕਿਰਿਆਵਾਂ ਪੂਰੀਆਂ ਕਰ ਲਈਏ, ਆਪੋ ਆਪਣੇ ਕੰਮਾਂ ਧੰਦਿਆਂ ਵਿੱਚ ਅਸੀਂ ਲੱਗ ਜਾਂਦੇ ਹਾਂ, ਫਿਰ ਸਾਨੂੰ ਚੇਤਾ ਹੀ ਭੁੱਲ ਜਾਂਦਾ ਹੈ ਕਿ ਅਸੀਂ ਵੀ ਇਸ ਸੰਸਾਰ ਤੋਂ ਚਲੇ ਜਾਣਾ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਪੜ੍ਹਦੇ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਦੇ ਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਕਹਿੰਦੇ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਣਾ ਹੈ। ਜਿਹੜਾ ਮਲਕਲ ਮੌਤ ਦਾ ਫਰਿਸ਼ਤਾ ਕੰਨਾਂ ਨਾਲ ਸੁਣਿਆ ਸੀ ਕਿ ਫਲਾਣਾ ਚੜ੍ਹਾਈ ਕਰ ਗਿਆ, ਫਲਾਣਾ ਚੜ੍ਹਾਈ ਕਰ ਗਿਆ, ਇੱਕ ਦਿਨ ਸਾਡੇ ਵੀ ਸਾਹਮਣੇ ਆ ਜਾਂਦਾ। ਇਹ ਕੇਵਲ ਉਹਨਾਂ ਕੁ ਚਿਰ ਚੇਤੇ ਰਹਿੰਦਾ ਜਦੋਂ ਕਿਸੇ ਦੀ ਅੰਤਮ ਸੰਸਕਾਰ ਦੀ ਮਰਿਆਦਾ ਨਿਭਾਈਏ, ਫਿਰ ਸਾਰੇ ਹੀ ਭੁੱਲ ਜਾਂਦੇ ਹੈ ਕਿ ਇਸ ਤਰੀਕੇ ਨਾਲ ਹੇਰਾ ਫੇਰੀਆਂ ਠੱਗੀਆਂ ਠੋਰੀਆਂ 'ਚ ਲੱਗ ਜਾਂਦੇ ਹੈ ਕਿ ਜਿਵੇਂ ਮੈਂ ਸੰਸਾਰ ਵਿੱਚ ਸਦਾ ਹੀ ਰਹਿਣਾ ਹੋਵੇ। ਇਹ ਭੁੱਲ ਹੀ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਇੱਕ ਘੜੀ ਦਾ ਵੀ ਭਰੋਸਾ ਨਹੀਂ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇੱਕ ਘੜੀ ਦਾ, ਇੱਕ ਪਲ ਦਾ, ਇੱਕ ਸਵਾਸ ਦਾ ਵੀ ਭਰੋਸਾ ਨਹੀਂ। ਤੇ ਉਸ ਵਕਤ ਬੈਰਾਗਵਾਨ ਹਿਰਦੇ ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਬਾਬਾ ਮਹਾਦੇਵ ਜੀ ਦੇ ਅਕਾਲ ਚਲਾਣਾ ਵੇਖ ਕੇ ਕਿ ਇਹ ਸੰਸਾਰ ਵਿੱਚ ਸਭ ਕੁਝ ਹੀ ਬਿਨਸ ਜਾਣਾ ਹੈ। ਸ਼੍ਰੀ ਅਰਜਨ ਕਰ ਲੀਨ ਅਗਨ ਤਬ, ਇਸ ਤਰੀਕੇ ਨਾਲ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਦੇ ਅਕਾਲ ਚਲਾਣਾ ਕਰਾਉਣ ਤੇ ਫਿਰ ਜਿਹੜੀ ਗੁਰਮਤਿ ਦੀ ਮਰਿਆਦਾ ਸੀ ਸਰੀਰ ਦਾ, ਫਿਰ ਜਲ ਦੇ ਨਾਲ ਇਸ਼ਨਾਨ ਕਰਵਾਇਆ, ਸੁੰਦਰ ਵਸਤਰ ਪਹਿਨਾਏ ਹਨ। ਫਿਰ ਇਹ ਪੰਜ ਭੌਤਿਕ ਸਰੀਰ ਲੈ ਕੇ ਜਾਣ ਵਾਸਤੇ, ਅਗਨ ਭੇਟ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਤਿਆਰੀ ਕਰਾਈ ਹੈ। ਗੁਰਮਰਿਆਦਾ ਦੇ ਅਨੁਸਾਰ ਬਾਬਾ ਬੁੱਢਾ ਜੀ, ਭਾਈ ਬਹੁਤ ਸਾਰੇ ਮਹਾਨ ਗੁਰਸਿੱਖ ਨੇ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਆਦਿਕ ਸਿੱਖ ਨੇ, ਬਾਬਾ ਮੋਹਰੀ ਜੀ ਆਦਿਕ ਸਾਰਾ ਹੀ ਪਰਿਵਾਰ ਬੜੇ ਸਤਿਕਾਰ ਦੇ ਨਾਲ ਗੁਰੂ ਜਪਦੇ, ਬਾਣੀ ਪੜ੍ਹਦੇ ਫਿਰ ਜਿਸ ਸਥਾਨ ਤੇ ਅਗਨ ਭੇਟ ਕਰਨਾ ਸੀ ਸਰੀਰ, ਉਸ ਸਥਾਨ ਤੇ ਲੈ ਕਰਕੇ ਜਾਂਦੇ ਹਨ। ਤੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਫਿਰ ਉਸ ਅਸਥਾਨ ਤੇ, ਕਿਉਂਕਿ ਹੁਣ ਬਾਬਾ ਮਹਾਦੇਵ ਜੀ ਦੇ ਅੱਗੇ ਕੋਈ ਪੁੱਤਰ ਪਰਿਵਾਰ ਨਹੀਂ, ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਹੀ ਇਹ ਸਾਰੀ ਮਰਿਆਦਾ ਨਿਭਾਉਂਦੇ ਹੈ। ਕਿੱਡੇ ਵੱਡੇ ਭਾਗ ਹੋਣਗੇ ਕਿ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਵੀ ਅਗਨ ਭੇਟ ਕਰਨ ਦੇ ਇਹ ਕਾਰਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਆਪ ਕਰਦੇ ਹਨ। ਨਰ ਅਨੁਸਾਰ ਰੁਦਨ ਕੋ ਠਾਨ, ਕਈਆਂ ਦਾ ਮਨ ਬੈਰਾਗ ਦੇ ਵਿੱਚ ਪੈ ਗਿਆ, ਕਿਉਂਕਿ ਅਵਸਥਾ ਐਸੀ ਹੋਇਆ ਕਰਦੀ ਹੈ ਸਾਧ ਸੰਗਤ ਕਿ ਜਦੋਂ ਕੋਈ ਆਪਣਾ ਵਿਛੋੜਾ ਕੋਈ ਕਰ ਜਾਵੇ ਤੇ ਕਈ ਵਾਰ ਕਹਿਣਾ ਸੌਖਾ ਹੈ ਪਰਮੇਸ਼ਰ ਦਾ ਭਾਣਾ ਹੈ, ਪਰ ਇਹ ਭਾਣਾ ਮੰਨਣ ਦੀ ਤਾਕਤ ਵੀ ਗੁਰੂ ਪਰਮੇਸ਼ਰ ਨੇ ਹੀ ਬਖਸ਼ਣੀ ਹੁੰਦੀ। ਕਹਿ ਦਿਆਂਗੇ ਪਰਮੇਸ਼ਰ ਦਾ ਭਾਣਾ ਹੈ, ਪਰ ਮੰਨਣ ਦੀ ਤਾਕਤ ਜਦ ਤੱਕ ਨਹੀਂ ਨਾ ਮਿਲੀ, ਤੇਰਾ ਭਾਣਾ ਭਾਵੈ ਤੂੰ ਸਰਬ ਜੀਆਂ ਪ੍ਰਤਪਾਲਾ, ਇਹ ਭਾਣਾ ਮੰਨਣ ਦੀ ਤਾਕਤ ਵੀ ਗੁਰੂ ਕੋ ਲੈਣੀ ਹੈ, ਪਰਮੇਸ਼ਰ ਕੋ ਲੈਣੀ। ਆ ਜਿਵੇਂ ਅਸੀਂ ਦੀਵਾਨ ਹਾਲ ਦੇ ਅੰਦਰ ਬੈਠੇ ਹਾਂ ਤੇ ਇਹ ਵੱਡੀ ਸਾਰੀ ਛੱਤ ਨੂੰ ਰੋਕਣ ਵਾਸਤੇ ਜਿਹੜੇ ਪਿਲਰ ਲੱਗੇ ਹੋਏ ਨੇ, ਇਹ ਪਿਲਰ ਥੰਮੇ ਜਿਹੜੇ ਲੱਗੇ ਨੇ ਇਹ ਛੱਤ ਨੂੰ ਰੋਕਦੇ ਨੇ। ਇਹ ਥੰਮਿਆਂ ਦੇ ਰਾਹੀਂ ਛੱਤ ਰੋਕੀ ਜਾਂਦੀ ਹੈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਘਰ ਦੀ ਛੱਤ ਨੂੰ ਤੇ ਥੰਮਲਿਆਂ ਦੇ ਰਾਹੀਂ ਰੋਕਿਆ ਜਾਂਦਾ ਹੈ, ਇੱਕ ਡੋਲਦਾ ਹੋਇਆ ਜਿਹੜਾ ਮਨ ਹੈ ਇਹਨੂੰ ਵੀ ਪਿਲਰ ਚਾਹੀਦਾ ਹੈ, ਜਿਹੜਾ ਥੰਮਲਾ ਚਾਹੀਦਾ ਹੈ। ਉਹ ਗੁਰੂ ਦੇ ਸ਼ਬਦ ਦਾ ਥੰਮਲਾ ਦੇ ਕਰਕੇ ਇਹਨੂੰ ਸਹਾਰਾ ਦਿੱਤਾ ਜਾਂਦਾ। ਜਿਉਂ ਮੰਦਰ ਕੋ ਥੰਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ। ਗੁਰੂ ਦਾ ਸ਼ਬਦ ਹੀ ਹੈ ਜਿਹੜਾ ਡੋਲਦਾ ਹੋਇਆ ਮਨ ਇਹਨੂੰ ਸਹਾਰਾ ਦੇ ਸਕਦਾ ਹੈ। ਮਨ ਕਈਆਂ ਦੇ ਬੈਰਾਗ ਦੇ ਵਿੱਚ ਆ ਜਾਂਦੇ ਨੇ, ਸਾਰਿਆਂ ਦੀ ਬੈਰਾਗ ਦੀ ਅਵਸਥਾ ਜਦੋਂ ਬਾਬਾ ਬੁੱਢਾ ਸਾਹਿਬ ਵੇਖਦੇ ਹਨ, ਬ੍ਰਿਧ ਨੇ ਸਭ ਸਮਝਾਏ ਕਹਿ ਕਹਿ। ਬੜੇ ਪਿਆਰ ਦੇ ਨਾਲ ਧੰਨ ਧੰਨ ਬਾਬਾ ਬੁੱਢਾ ਸਾਹਿਬ ਬੈਰਾਗੀ ਹਿਰਦਿਆਂ ਨੂੰ ਸਮਝਾਉਂਦਿਆਂ ਇਸ ਤਰ੍ਹਾਂ ਬਚਨ ਕਰਦੇ ਹਨ, ਕਰੋ ਨ ਸ਼ੋਕ ਇਹੀ ਮਗ ਜਾਨ। ਕਿ ਕੋਈ ਵੀ ਕਿਸੇ ਪ੍ਰਕਾਰ ਦੇ ਨਾਲ ਸ਼ੋਕ ਨਾ ਕਰੇ, ਰੋਣਾ ਨਹੀਂ ਹੈ, ਕਿਸੇ ਤਰੀਕੇ ਦਾ ਵਿਰਾਗ ਨਹੀਂ ਕਰਨਾ, ਕਿਉਂਕਿ ਇਹ ਸੰਸਾਰ ਦੀ ਰੀਤ ਹੈ, ਸੰਸਾਰ ਦੀ ਇਹ ਕਲਾ ਹੈ, ਸੰਸਾਰ ਦੀ ਇਹ ਖੇਡ ਹੈ ਕਿ ਜੋ ਸੰਸਾਰ ਦੇ ਵਿੱਚ ਆਇਆ ਜੋ ਦਿਨ ਆਵੇਂ ਸੋ ਦਿਨ ਜਾਹੀ, ਕਿ ਜਿਹੜਾ ਦਿਨ ਆਉਂਦਾ ਹੈ ਉਹ ਚਲਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਦੇਖਦੇ ਹਾਂ ਸੰਗ ਚਲਤਾ ਹੈ ਹੰਪੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਹੈ, ਤੇ ਸੰਸਾਰ ਦੀ ਇੱਕ ਖੇਡ ਐਸੀ ਬਣ ਗਈ ਹੈ, ਰਾਣਾ ਰਾਓ ਨਾ ਕੋ ਰਾਏ ਰੰਗ ਨਾ ਤੁੰਗ ਫਕੀਰ। ਇਹ ਸੰਸਾਰ ਦੀ ਐਸੀ ਅਵਸਥਾ ਹੈ, ਰਹਿਣਾ ਨਹੀਂ ਇਸ ਸੰਸਾਰ ਦੇ ਅੰਦਰ ਕਿਸੇ ਨੇ ਵੀ। ਜੋ ਜਨਮੈ ਸੋ ਜਾਨੋ ਮੂਆ, ਇਹ ਸੰਸਾਰ ਦੀ ਇੱਕ ਅਟਲ ਕਿਰਿਆ ਹੈ। ਮਿਥਿਆ ਤਨ ਹੈ ਬਿਨ ਸੰਹਾਰੇ। ਬਾਕੀ ਇਹ ਸਰੀਰ ਦਾ ਕੀ ਮੋਹ ਰੱਖਣਾ, ਇਹ ਸਰੀਰ ਤੇ ਇਸ ਤਰੀਕੇ ਨਾਲ ਹੈ ਜਿਵੇਂ ਮਿੱਟੀ ਹੋਵੇ। ਹੁਣ ਮਿੱਟੀ ਨੂੰ ਇਕੱਠਿਆਂ ਕੀਤਾ, ਭਗਤ ਕਬੀਰ ਜੀ ਦਾ ਬਚਨ ਪੜ੍ਹਦੇ ਹਾਂ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ 4 ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। 4 ਦਿਨ ਮਿੱਟੀ ਦਾ ਪੁਤਲਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਇਹ ਦੌੜਦਾ ਫਿਰਦਾ ਹੈ, ਪਰ ਜਿਹੜੀ ਮਿੱਟੀ ਖੜੀ ਸੀ ਆਖਰਕਾਰ ਫੇਰ ਇਹਨੇ ਮਿੱਟੀ ਨੇ ਮਿੱਟੀ ਵਿੱਚ ਸਮਾ ਜਾਣਾ। ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਇਹ ਤੇ ਰੱਬ ਦੀ ਐਸੀ ਘਰ ਦੀ ਖੇਡ ਹੈ, ਨਿਰੰਤਰ ਆਮਨ ਜਾਨਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ। ਇਸ ਤੇ ਰੱਬ ਦੇ ਘਰ ਦੀ ਐਸੀ ਹੀ ਨਿਰੰਤਰ ਖੇਡ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਬਾਬਾ ਬੁੱਢਾ ਸਾਹਿਬ ਬੜੇ ਪਿਆਰ ਨਾਲ ਸਭਨਾ ਨੂੰ ਸਮਝਾਉਂਦੇ ਹਨ। ਮੇਲ ਬਨਿਓ ਜਲ ਨਾਉ ਸਮਾਨ। ਕਹਿੰਦੇ ਇਸ ਸੰਸਾਰ ਵਿੱਚ ਸਰੀਰ ਮਿਥਿਆ ਹੈ, ਸਰੀਰ ਤੇ ਆਤਮਾ ਦਾ ਮੇਲ ਇਸੇ ਤਰੀਕੇ ਦੇ ਨਾਲ ਹੈ, ਸੰਸਾਰ ਦਾ ਮੇਲ ਇਸੇ ਤਰੀਕੇ ਦਾ ਹੈ ਜਿਵੇਂ ਪਾਣੀ ਤੇ ਕਿਸ਼ਤੀ ਦਾ ਮੇਲ ਹੋਇਆ ਕਰਦਾ। ਹੁਣ ਬੇੜੀ ਜਦੋਂ ਪਾਣੀ ਦੇ ਵਿੱਚ ਜਾਂਦੀ ਹੈ ਤੇ ਜਿਹੜਾ ਪਾਣੀ ਇੱਕ ਵਾਰ ਨਿਕਲ ਗਿਆ ਉਹਦਾ ਬੇੜੀ ਨਾਲ ਦੁਬਾਰਾ ਮੇਲ ਨਹੀਂ ਹੁੰਦਾ ਹੈ। ਜਥਾ ਪ੍ਰਵਾਹ ਨਦੀ ਕੋ ਚੱਲ ਹੈ। ਕਹਿੰਦੇ ਜਿਸ ਤਰ੍ਹਾਂ ਨਦੀ ਦਾ ਪ੍ਰਵਾਹ ਲਗਾਤਾਰ ਚੱਲਦਾ ਹੈ, ਬੇੜੀਆਂ ਪੈਂਦੀਆਂ, ਪਰ ਜਿਹੜੀ ਬੇੜੀ ਨੂੰ ਛੂਹ ਕੇ ਪਾਣੀ ਲੰਘ ਗਿਆ ਦੁਬਾਰਾ ਉਸ ਪਾਣੀ ਦਾ ਮੇਲ ਉਸ ਬੇੜੀ ਨਾਲ ਨਹੀਂ ਹੁੰਦਾ ਹੈ। ਇਸੇ ਤਰੀਕੇ ਨਾਲ ਨਦੀ ਦੇ ਅੰਦਰ ਜਿਸ ਤਰ੍ਹਾਂ ਕੋਈ ਬੇੜੀ ਜਾਂਦੀ ਹੈ, ਬੇੜੀ ਦੇ ਵਿੱਚ ਪੂਰ ਇਕੱਠੇ ਹੁੰਦੇ ਨੇ, ਲੋਕ ਇਕੱਠੇ ਹੋ ਕੇ ਚੱਲਦੇ ਹੈ, ਤੇ ਜਦੋਂ ਦਰਿਆ ਪਾਰ ਕੀਤਾ ਲੋਕ ਆਪੋ ਆਪਣੇ ਘਰਾਂ ਨੂੰ ਚੱਲ ਪੈਂਦੇ ਹੈ। ਇਸੇ ਤਰੀਕੇ ਨਾਲ ਨਦੀ ਦਾ ਜਿਵੇਂ ਪ੍ਰਵਾਹ ਚੱਲਦਾ ਹੈ, ਤ੍ਰਿਣ ਮਿਲ ਜਾਹੇ ਵਿਛੁਰਤੇ ਫੇਰ। ਨਦੀ ਦੇ ਪ੍ਰਵਾਹ ਵਿੱਚ ਕਈ ਪ੍ਰਕਾਰ ਦੇ ਤੀਲੇ ਘਾਹ ਬੂਟੇ ਇਕੱਠੇ ਹੋ ਜਾਂਦੇ ਨੇ ਕਿਤੇ ਨਦੀ ਦੇ ਪ੍ਰਵਾਹ ਨਾਲ ਪਾਣੀ ਦੀ ਘੁੰਮਣ ਘੇਰੀ ਵਿੱਚ, ਫਿਰ ਉਹ ਵਿਛੜ ਜਾਂਦੇ ਨੇ, ਫਿਰ ਕਈ ਵਾਰ ਦੁਬਾਰਾ ਨਹੀਂ ਮਿਲਦੇ ਹਨ। ਤੀਲੇ ਇਕੱਠੇ ਹੁੰਦੇ ਨੇ ਫੇਰ ਵਿਛੜਦੇ ਰਹਿੰਦੇ ਹਨ। ਤਥਾ ਸੰਬੰਧ ਸ਼ਰੀਰਨ ਸਭ ਕੋ। ਇਸੇ ਤਰ੍ਹਾਂ ਨਦੀ ਦੇ ਅੰਦਰ ਜਿਵੇਂ ਤੀਲੇ ਇਕੱਠੇ ਹੋ ਜਾਂਦੇ ਨੇ ਫੇਰ ਵਿਛੜ ਜਾਂਦੇ ਨੇ ਨਦੀ ਦੇ ਪਾਣੀ ਵਿੱਚ, ਇਸੇ ਤਰ੍ਹਾਂ ਸੰਸਾਰ ਵੀ ਇੱਕ ਨਦੀ ਦਾ ਪ੍ਰਵਾਹ ਹੈ। ਇਹ ਵੀ ਇੱਕ ਦਰਿਆ ਦੇ ਵਹਿਣ ਵਾਂਗੂ ਨਿਰੰਤਰ ਚੱਲਦਾ ਪ੍ਰਵਾਹ ਹੈ। ਜਿਸ ਸੰਸਾਰ ਰੂਪੀ ਨਦੀ ਦਰਿਆ ਦੇ ਪ੍ਰਵਾਹ ਵਿੱਚ ਇਹ ਸਰੀਰਾਂ ਦਾ ਸੰਬੰਧ ਹੁੰਦਾ ਰਹਿੰਦਾ, ਮੇਲ ਹੁੰਦਾ ਰਹਿੰਦਾ ਹੈ, ਵਿਛੋੜਾ ਹੁੰਦਾ ਰਹਿੰਦਾ ਹੈ। ਗਿਆਨੀ ਜਾਣੇ ਜਗ ਇਮਹੇਰ। ਗਿਆਨਵਾਨ ਹਿਰਦੇ ਜਿਹੜੇ ਨੇ ਉਹ ਜਾਣ ਲੈਂਦੇ ਨੇ ਕਿ ਇਹ ਤੇ ਰੱਬ ਦੇ ਘਰ ਦੀਆਂ ਖੇਡਾਂ ਨੇ, ਇਹ ਪ੍ਰਮਾਤਮਾ ਦੇ ਵੱਲੋਂ ਇਸੇ ਤਰ੍ਹਾਂ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸੰਜੋਗ ਤੇ ਵਿਜੋਗ ਦੇ ਰਾਹੀਂ ਇਹ ਸੰਸਾਰ ਦੀ ਸਾਰੀ ਕਾਰ ਪ੍ਰਮਾਤਮਾ ਚਲਾਉਂਦਾ ਹੈ। ਕਹਾ ਸ਼ੋਕ ਇਸ ਤਨ ਕੋ ਕਰਬੋ। ਬਾਬਾ ਬੁੱਢਾ ਸਾਹਿਬ ਸਮਝਾਉਂਦੇ ਨੇ ਕਿਹੜਾ ਸ਼ੋਕ ਇਸ ਸਰੀਰ ਦਾ ਕਰਦੇ ਹੋ, ਇਸ ਤਨ ਦਾ ਕਿਸੇ ਪ੍ਰਕਾਰ ਦਾ ਜਾਣ ਦਾ ਬਿਨਸਣ ਦਾ, ਸਰੀਰ ਚੋਂ ਭੌਰ ਆਤਮਾ ਉਡਾਰੀ ਮਾਰਨ ਤੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਸ਼ੋਕ ਨਹੀਂ ਕਰਨਾ ਚਾਹੀਦਾ ਹੈ। ਨਿਤ ਪਰਿਣਾਮੀ ਨਸੇ ਅਦੇਰ। ਇਹ ਤੇ ਕਲਾ ਐਸੀ ਹੈ, ਇਹ ਸਰੀਰ ਅਸੀਂ ਸੋਚਦੇ ਹਾਂ ਵੱਧ ਰਿਹਾ ਹੈ,
ਜਿਵੇਂ ਮਾਤਾ ਸੋਚਦੀ ਹੈ ਮੇਰਾ ਬੱਚਾ ਵੱਡਾ ਹੋ ਰਿਹਾ ਹੈ, ਪਰ ਇਹ ਨਹੀਂ ਪਤਾ ਕਿ ਦਿਨ ਦਿਨ ਕਰਕੇ ਉਹਦੀ ਉਮਰ ਘਟਦੀ ਜਾ ਰਹੀ ਹੈ, ਸਮਾਂ ਘਟਦਾ ਜਾ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟੈਤ ਹੈ। ਬੰਦਾ ਸੋਚਦਾ ਮੇਰੀ ਉਮਰ ਵੱਧ ਗਈ, ਇੰਨਾ ਹੋ ਗਿਆ, ਇਹ ਨਹੀਂ ਪਤਾ ਕਿ ਜਨਮ ਤੋਂ ਲੈ ਕੇ ਇੱਕ ਇੱਕ ਸਾਲ ਕਰਕੇ ਸਾਲ ਕਰਕੇ ਸਮਾਂ ਦਿਹਾੜੀ ਕਰਕੇ ਘਟਦਾ ਜਾ ਰਿਹਾ। ਇਸੇ ਤਰ੍ਹਾਂ ਦੀ ਇਹ ਖੇਡ ਹੈ ਇਹ ਸੰਸਾਰ ਦੇ ਅੰਦਰ। ਦਿਨੋਂ ਦਿਨ ਇਹ ਜੀਵਨ ਸੰਸਾਰ ਦਾ ਘਟਣ ਵਾਲਾ ਨਾਸ਼ ਹੁੰਦਾ ਹੈ ਤੇ ਮੌਤ ਵਾਲੇ ਪਾਸੇ ਜੀਵ ਹੌਲੀ ਹੌਲੀ ਵੱਧਦਾ ਜਾਂਦਾ ਹੈ। ਏਕ ਆਤਮਾ ਸੋ ਸਤ ਸਮਝੋ। ਸਰੀਰ ਤੇ ਬਿਨਸਣਾ ਹੈ, ਆਤਮਾ ਜਿਹੜੀ ਪ੍ਰਮਾਤਮਾ ਦੀ ਅੰਸ਼ ਹੈ ਉਸੇ ਨੇ ਹੀ ਸਦਾ ਕਾਇਮ ਰਹਿਣਾ ਹੈ। ਆਏ ਨਾ ਜਾਏ ਆਨੰਦ ਬਡੇਰ। ਉਹ ਪਰਮ ਪਿਤਾ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਨਾ ਸੰਸਾਰ ਵਿੱਚ ਆਉਂਦਾ ਹੈ ਨਾ ਜਾਂਦਾ ਹੈ। ਗਾਏ ਰਾਗ ਵਡਹੰਸ ਰਬਾਬੀ। ਸੋ ਵਡਹੰਸ ਰਾਗ ਦੇ ਅੰਦਰ ਬੜੇ ਸੁੰਦਰ ਢੰਗ ਦੇ ਨਾਲ ਰਬਾਬੀ ਫਿਰ ਉੱਥੇ ਬਾਣੀ ਪੜ੍ਹਦੇ ਨੇ, ਗਾਇਨ ਕਰਦੇ ਹਨ, ਸ਼ਬਦ ਪੜ੍ਹਦੇ ਹਨ। ਪੌੜੀ ਲਾਏ ਸੁਨਾਵੈ ਕਾਨ। ਵੱਖਰੀਆਂ ਵੱਖਰੀਆਂ ਪੌੜੀਆਂ ਲਾ ਕਰਕੇ ਭਾਵ ਬਾਣੀ ਦੇ ਸ਼ਬਦ ਪੌੜੀਆਂ ਰੂਪ ਦੇ ਵਿੱਚ ਪੜ੍ਹ ਕਰਕੇ ਬੜੇ ਸੁੰਦਰ ਢੰਗ ਨਾਲ ਗੁਰੂ ਕੇ ਸ਼ਬਦ ਸੰਗਤਾਂ ਨੂੰ ਸੁਣਾਉਂਦੇ ਨੇ। ਤੇ ਜਿਹੜੇ ਵਿਰਾਗਮਨ ਹਿਰਦੇ ਨੇ ਸ਼ਬਦ ਦੇ ਸਹਾਰੇ ਦੇ ਰਾਹੀਂ ਡੋਲਦੇ ਹੋਏ ਸਥਿਰ ਹੋ ਜਾਂਦੇ ਹਨ। ਦੀਨ ਤਲਾਜੁਲ ਨਾਮ ਲੀਨ ਤੇ। ਇਸ ਤਰੀਕੇ ਦੇ ਨਾਲ ਇਹ ਅੰਤਮ ਸੰਸਕਾਰ ਦੀ ਮਰਿਆਦਾ ਬੜੇ ਸੁੰਦਰ ਢੰਗ ਨਾਲ ਸਤਿਗੁਰਾਂ ਨੇ ਨਿਭਾਈ ਹੈ ਤੇ ਉਸ ਤੇ ਸਾਰੀ ਮਰਿਆਦਾ ਜਦੋਂ ਨਿਭਾਉਂਦੇ ਹਨ। ਪੰਚਾਮ੍ਰਿਤ ਵਰਤਾਹਿਓ ਆਨ। ਤੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਈ ਗਈ। ਇੱਕ ਸਿੱਖ ਧਰਮ ਦੀ ਇੱਕ ਵਿਲੱਖਣਤਾ ਹੈ ਸਾਧ ਸੰਗਤ। ਦੁਨੀਆ ਦੇ ਅੰਦਰ ਜਦੋਂ ਕਿਸੇ ਮਤ ਦੇ ਵੱਲ ਝਾਤ ਮਾਰੀਏ, ਕੋਈ ਪ੍ਰਾਣੀ ਚਲਾਣਾ ਕਰ ਜੇ ਨਾ ਤੇ ਲੋਕ ਉਸ ਵਕਤ ਅੱਗ ਵੀ ਨਹੀਂ ਬਾਲਦੇ, ਇੰਨਾ ਕੋਈ ਸ਼ੋਕ ਮਨਾਉਂਦੇ ਆ। ਇਹ ਅਕਾਲ ਚਲਾਣੇ ਦੀ ਐਸੀ ਮਰਿਆਦਾ ਹੈ ਗੁਰੂ ਨਾਨਕ ਦੇ ਘਰ ਵਿੱਚ। ਇੱਥੇ ਐਸੇ ਭਰਮਾਂ ਚੋਂ ਮਾਲਕ ਨੇ ਕੱਢਿਆ ਹੈ, ਗੁਰੂ ਸਾਹਿਬ ਨੇ ਸਾਨੂੰ ਕੱਢਿਆ। ਉੱਥੇ ਅੱਗ ਵੀ ਬਲਦੀ ਹੈ ਉਸੇ ਦਿਨ ਜਿੱਥੇ ਚਿਖਾ ਵਿੱਚ ਭੇੜ ਕੀਤਾ, ਉਦੋਂ ਹੀ ਇੱਧਰ ਕੜਾਹ ਪ੍ਰਸ਼ਾਦ ਦੀ ਦੇਗ ਨਾਲ ਤਿਆਰ ਹੋ ਜਾਂਦੀ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸਾਰਿਆਂ ਵਿੱਚ ਫਿਰ ਆਨੰਦ ਸਾਹਿਬ ਦਾ ਪਾਠ ਕਰਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦੋਂ ਵੀ ਆਨੰਦ ਦੇ ਸ਼ਬਦ ਪੜ੍ਹ ਕੇ ਤੇ ਉਦੋਂ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ। ਦੁਸ਼ਮਣ ਵੀ ਇਸ ਗੱਲ ਦੀ ਤਾਰੀਫ ਕਰਦਾ ਰਿਹਾ। ਜਦੋਂ ਨਾਦਰ ਸ਼ਾਹ ਨੇ ਸਿੱਖ ਧਰਮ ਦੇ ਬਾਰੇ ਜ਼ਕਰੀਆ ਤੋਂ ਪੁੱਛਿਆ ਸੀ ਕਿਹੜੇ ਲੋਕ ਨੇ, ਮੈਂ ਤੇ ਦਿੱਲੀ ਨੂੰ ਲੁੱਟ-ਕੁੱਟ ਕੇ ਆਇਆ ਹਾਂ, ਮੈਂ ਦਿੱਲੀ ਨੂੰ ਲੁੱਟਣ ਵਾਲਾ, ਦਿੱਲੀ ਤੱਕ ਮੁਗਲਾਂ ਦੀ ਸਲਤਨਤ 'ਚ ਕੋਈ ਮੇਰੇ ਸਾਹਮਣੇ ਖੰਘਣ ਵਾਲਾ ਨਹੀਂ। ਆ ਪਾਟੇ ਜੇ ਕੱਪੜਿਆਂ ਵਾਲੇ ਕੋਈ ਆਉਂਦੇ ਨੇ ਮੈਨੂੰ ਲੁੱਟ ਕੇ ਚਲੇ ਜਾਂਦੇ ਨੇ। ਮੈਂ ਧੀਆਂ ਭੈਣਾਂ ਗੁਲਾਮ ਬਣਾ ਕੇ ਲਿਆਇਆ, ਸਾਰੀਆਂ ਛੁਡਾ ਕਰਕੇ ਲੈ ਕੇ ਗਏ ਨੇ। ਇਹ ਹੈ ਕੌਣ ਨੇ? ਉਦੋਂ ਵੀ ਜਿਹੜੀ ਖਾਲਸੇ ਦੀ ਮਹਿਮਾ ਦੱਸੀ ਸੀ ਜ਼ਕਰੀਆ ਖਾਨ ਨੇ ਤੇ ਉਹਦੇ ਵਿੱਚ ਵਡਿਆਈ ਦੱਸਦਿਆਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਸੀ ਕਿ ਇਹਨਾਂ ਦੀ ਅਵਸਥਾ, ਇਹ ਆਪਣੇ ਆਪ ਨੂੰ ਹਿੰਦੂ ਜਾਂ ਮੁਸਲਮਾਨ ਨਹੀਂ ਅਖਵਾਉਂਦੇ। ਹਿੰਦੂ ਤੁਰਕਨ ਤੇ ਹੈ ਨਿਆਰਾ ਫਿਰਕਾ ਇਨਕਾ ਅਪਰ ਅਪਾਰਾ ਬਿਆਨ ਨਕਾਨਾ ਇਹ ਕਰੇ ਹੈ ਭੁਗਤ ਆਨੰਦ ਪੜੇ ਹੈ। ਤੇ ਉੱਥੇ ਇੱਕ ਗੱਲ ਦਾ ਜ਼ਿਕਰ ਕਰਦੇ, ਹੱਡੀ ਪਾਵਨਾ ਗੰਗਾ ਮਾਹੀ ਕਿਰਿਆ ਕਰਮ ਕਰਾਵਤ ਨਾਹੀ। ਕਿਸੇ ਪ੍ਰਕਾਰ ਦੀ ਮਨਮਤ ਦੀ ਰੀ ਕਿਸੇ ਥਾਂ ਤੇ ਇਹੋ ਜਿਹੇ ਕਿਰਿਆ ਕਰਮ ਨਹੀਂ ਕਰਦੇ। ਤੇ ਇਹਨਾਂ ਦੇ ਵਿੱਚ ਸਿੰਘ ਨਹੀਂ ਜੋ ਮਰ ਜਾਏ ਹੈ, ਬਾਂਟ ਤਾਂ ਹਲੂਆ ਤੁਰੰਤ ਬਣਿਆ। ਕੋਈ ਚੜ੍ਹਾਈ ਕਰ ਜੇ ਕਹਿੰਦੇ ਅਕਾਲ ਚਲਾਣਾ ਕਰ ਗਿਆ, ਨਾਲ ਹੀ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਸਾਰੇ ਵਰਤਾਉਂਦੇ ਨੇ। ਆਨੰਦ ਦੀਆਂ ਬਾਤਾਂ ਸਾਰੇ ਕਰਦੇ। ਸਿੱਖੀ ਦੀ ਵਿਲੱਖਣਤਾ ਹੈ। ਤੇ ਗੁਰੂ ਸਾਹਿਬ ਨੇ ਉੱਥੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ, ਆਨੰਦ ਸਾਹਿਬ ਦੀ ਬਾਣੀ ਤੀਜੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਤੇ ਇਹ ਬਾਣੀ ਪੜ੍ਹ ਕੇ ਫਿਰ ਉੱਥੇ ਕੜਾਹ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹ ਤਿਆਰ ਕਰਕੇ ਵਰਤਾਈ ਗਈ ਹੈ। ਸਨੇ ਸਨੇ ਪੁਨਪੁਰ ਮਹਿ ਆਏ। ਇਸੇ ਤਰ੍ਹਾਂ ਬਾਣੀ ਪੜ੍ਹ ਕੇ ਸ਼ਬਦ ਪੜ੍ਹਦੇ ਸਾਰੀ ਗੁਰਮਰਿਆਦਾ ਨਿਭਾਉਂਦੇ ਹੋਏ ਫਿਰ ਨਗਰ ਦੇ ਵਿੱਚ ਜਦੋਂ ਵਾਪਸ ਗੋਇੰਦਵਾਲ ਸਾਹਿਬ, ਕਿਉਂਕਿ ਬਿਆਸਾ ਦਰਿਆ ਦੇ ਕਿਨਾਰੇ ਇਹ ਅੰਤਮ ਸੰਸਕਾਰ ਦੀ ਮਰਿਆਦਾ ਨਿਭਾਈ ਗਈ ਸੀ, ਫਿਰ ਵਾਪਸ ਨਗਰ ਗੋਇੰਦਵਾਲ ਸਾਹਿਬ ਜਦੋਂ ਪਹੁੰਚ ਗਏ ਨੇ, ਬੌਲੀ ਸਾਹਿਬ ਦੇ ਨੇੜੇ ਆ ਕੇ ਸਤਿਗੁਰਾਂ ਨੇ ਸੁੰਦਰ ਦੀਵਾਨ ਸਜਾਏ ਹਨ। ਬਾਪੀ ਆਗੇ ਲਾਏ ਦੀਵਾਨ। ਬਾਪੀ ਬੌਲੀ ਵਾਸਤੇ ਸ਼ਬਦ ਵਰਤਿਆ, ਸਤਿਕਾਰ ਵਜੋਂ ਅਸੀਂ ਸਾਰੇ ਕਹਿੰਦੇ ਹਾਂ ਬੌਲੀ ਸਾਹਿਬ। ਬੌਲੀ ਸਾਹਿਬ ਦੇ ਨੇੜੇ ਸੁੰਦਰ ਅਸਥਾਨ ਤੇ
ਸੁੰਦਰ ਦੀਵਾਨ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਜਾਉਣੇ ਕੀਤੇ ਹਨ। ਬ੍ਰਿੰਦ ਨਰਨ ਕੀ ਭੀੜ ਭਈ ਤਹ। ਬਹੁਤ ਸਾਰੇ ਲੋਕਾਂ ਦੀ ਉੱਥੇ ਭੀੜ ਭਾਵ ਇਕੱਠ ਹੋ ਗਿਆ ਹੈ। ਜਿਹਨੂੰ ਖਬਰ ਮਿਲਦੀ ਹੈ ਬਾਬਾ ਮਹਾਦੇਵ ਜੀ ਅਕਾਲ ਚਲਾਣਾ ਕਰ ਗਏ ਹਨ। ਸ਼ਬਦ ਰਬਾਬੀ ਸੁੰਦਰ ਗਾਏ। ਤੇ ਬੜੇ ਪਿਆਰ ਨਾਲ ਸਾਰੇ ਰਬਾਬੀ ਸ਼ਬਦ ਪੜ੍ਹਦੇ ਨੇ। ਅੱਜ ਵੀ ਗੁਰਸਿੱਖ ਪਰਿਵਾਰਾਂ ਵਿੱਚ ਇੱਕ ਰੀਤ ਹੈ, ਜਦੋਂ ਤੱਕ ਇਹ ਸਾਰੀ ਭੋਗ ਨਾ ਪੈ ਜਾਵੇ ਉਸੇ ਦਿਨ ਤੋਂ ਰੋਜ਼ਾਨਾ ਹੀ ਸਵੇਰੇ ਸ਼ਾਮ ਘਰਾਂ ਵਿੱਚ ਕੀਰਤਨ ਹੋਣ ਲੱਗ ਪੈਂਦਾ ਹੈ, ਬਾਣੀ ਪੜ੍ਹਨ ਲੱਗ ਪੈਂਦੇ ਨੇ ਗੁਰਸਿੱਖ ਪਰਿਵਾਰ। ਅੱਜ ਵੀ ਗੁਰਸਿੱਖ ਪਰਿਵਾਰਾਂ ਦੀ ਮਰਿਆਦਾ ਹੈ, ਉਹ ਰਲ ਕੇ ਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ ਸਵੇਰੇ ਸ਼ਾਮ। ਸਤਿਗੁਰੂ ਪਾਤਸ਼ਾਹ ਨੇ ਵੀ ਦੀਵਾਨ ਸਜਾ ਦਿੱਤੇ, ਸਾਰੇ ਰਲ ਕੇ ਹੁਣ ਬਾਣੀ ਪੜ੍ਹਦੇ। ਕੋਈ ਰੋਣਾ ਧੋਣਾ ਨਹੀਂ, ਕਿਸੇ ਪ੍ਰਕਾਰ ਦੀ ਇਹ ਦੁਨਿਆਵੀ ਗੱਲਾਂ ਨਹੀਂ, ਕੇਵਲ ਰੱਬ ਦੇ ਘਰ ਦੀਆਂ ਹੀ ਬਾਤਾਂ ਸ਼ਬਦ ਪੜ੍ਹ ਕੇ ਰੱਬ ਦੀਆਂ ਸਿਫਤਾਂ ਗਾਇਨ ਕੀਤੀਆਂ ਜਾ ਰਹੀਆਂ ਹਨ। ਕਿਤਕ ਕਾਲ ਥਿਤ ਹੋਵੈ ਨਰਗਮ ਨੇ। ਇਸੇ ਤਰ੍ਹਾਂ ਸ਼ਬਦ ਬਾਣੀ ਨਾਲ ਜੁੜ ਕੇ ਗੁਰਮਰਿਆਦਾ ਨਿਭਾ ਕੇ ਕੁਝ ਸਮੇਂ ਬਾਅਦ ਫਿਰ ਜਿਹੜੇ ਉਸ ਅਸਥਾਨ ਤੇ ਦੂਰੋਂ ਨੇੜਿਓਂ ਚੱਲ ਕੇ ਪਿਆਰੇ ਆਏ ਸਨ, ਉਹ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਗੁਰੂ ਪ੍ਰਸ਼ੰਸਤ ਸਦਨ ਸਦਾਏ। ਸਤਿਗੁਰੂ ਦੀਆਂ ਸਿਫਤਾਂ ਕਰਦੇ, ਨਿਰੰਕਾਰ ਦੇ ਘਰ ਦੀਆਂ ਵਡਿਆਈਆਂ ਕਰਦੇ, ਸਾਰੇ ਫਿਰ ਆਪੋ ਆਪਣੇ ਘਰਾਂ ਵੱਲ ਚਲੇ ਗਏ ਹਨ। ਸੁਨ ਸੁਨ ਗ੍ਰਾਮਨ ਕੇ ਸਿੱਖ ਪਹੁੰਚੇ। ਬਾਕੀ ਜਿੱਥੇ ਕਿੱਥੇ ਲਾਗੇ ਚਾਗੇ ਨੇੜੇ ਦੂਰ ਪਿੰਡਾਂ ਵਿੱਚ ਜਿਨ੍ਹਾਂ ਸਿੱਖਾਂ ਨੂੰ ਬਾਬਾ ਮਹਾਦੇਵ ਜੀ ਦੇ ਅਕਾਲ ਚਲਾਣੇ ਦੀ ਖਬਰ ਪਹੁੰਚਦੀ ਹੈ, ਸ਼੍ਰੀ ਅਰਜਨ ਸਤਿਗੁਰ ਢਿਗ ਆਏ। ਉਹ ਪਰਚਾਉਣੀ ਵਾਸਤੇ, ਜਿਵੇਂ ਆਮ ਕਹਿੰਦੇ ਨੇ ਹਿਰਕ ਕਰਨ ਵਾਸਤੇ ਜਾਣਾ, ਇਸ ਤਰੀਕੇ ਨਾਲ ਪਰਚਾਉਣੀ ਵਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਗੋਇੰਦਵਾਲ ਸਾਹਿਬ ਸੰਗਤਾਂ ਆਉਂਦੀਆਂ ਹਨ। ਮਿਲ ਮਿਲ ਗੰਬਨੇ ਗੁਣ ਗਾਨ ਬਰ। ਸਾਰੇ ਜਾਣੇ ਫਿਰ ਮਿਲ ਕੇ ਫਿਰ ਗੁਰੂ ਗੁਰੂ ਜਪਦੇ ਹੋਏ ਬਾਬਾ ਮਹਾਦੇਵ ਜੀ ਦੀਆਂ ਗੱਲਾਂ ਬਾਤਾਂ ਤੇ ਗੁਰੂ ਦੀਆਂ ਸਿਫਤਾਂ ਕਰਦੇ ਹਨ ਸਾਰੇ। ਬਰਨ ਹੈ ਮਹਾਦੇਵ ਅਬ ਗਏ ਸਮਾਏ। ਇਸ ਤਰ੍ਹਾਂ ਵੀ ਗੱਲਾਂ ਕਰਦੇ ਨੇ ਕਿ ਬਾਬਾ ਮਹਾਦੇਵ ਜੀ ਜਿਉਂਦਿਆਂ ਜੀ ਗੁਰੂ ਚਰਨਾਂ ਵਿੱਚ ਇਹੋ ਜੀ ਅਵਸਥਾ ਵਿੱਚ ਪਹੁੰਚ ਗਏ, ਉਹ ਜੀਵਤ ਮੁਕੰਦੇ ਮਰਤ ਮੁਕੰਦੇ ਵਾਲੀ ਕਲਾ ਵਰਤ ਗਈ ਹੈ। ਜੋਤੀ ਜੋਤ ਰਲ ਗਏ ਨੇ, ਉਹ ਤੇ ਗੁਰੂ ਚਰਨਾਂ ਵਿੱਚ ਹੀ ਸਮਾ ਗਏ ਹਨ। ਦਿਵਸ ਤੀਸਰੇ ਪੁਸ਼ਪ ਭਸਮ ਸਭ। ਇਸ ਤਰੀਕੇ ਨਾਲ ਫਿਰ ਤੀਜੇ ਦਿਨ ਜਦੋਂ ਅੰਗੀਠਾ ਜਿਹੜਾ ਠੰਡਾ ਹੋ ਜਾਏ, ਕਈ ਵਾਰ ਦੂਜੇ ਦਿਨ ਵੀ ਹੋ ਜਾਂਦਾ ਹੈ, ਤੀਜੇ ਦਿਨ ਵੀ, ਇੱਥੇ ਦਿਨਾਂ ਦੀ ਗਿਣਤੀ ਗੁਰਮਤਿ ਦੇ ਵਿੱਚ ਮੁਕਰਰ ਨਹੀਂ ਹੈ, ਉੱਥੇ ਕੋਈ ਚੌਥੇ ਦਿਨ ਕਰਦਾ ਹੈ, ਭਾਵ ਇਹ ਆਲੇ ਦੁਆਲੇ ਪਰਿਵਾਰ ਰਿਸ਼ਤੇਦਾਰ ਵੇਖ ਕਰਕੇ। ਹੁਣ ਜਦੋਂ ਅਸਲ ਦੇ ਵਿੱਚ ਅੰਗੀਠਾ ਠੰਡਾ ਹੋ ਜਾਏ ਨਾ, ਜਿਹਦੇ ਵਿੱਚ ਅਗਨ ਭੇਟ ਸਰੀਰ ਕੀਤਾ ਹੁੰਦਾ, ਤੇ ਉਸ ਵਕਤ ਉਹ ਸਾਰਾ ਪੁਸ਼ਪ ਭਸਮ ਸਾਰੀ ਜਿਹੜੀ ਸੀ, ਭਾਵ ਜਿਵੇਂ ਕਹਿੰਦੇ ਫੁੱਲ ਚੁਗਣ ਜਾਣਾ, ਗੁਰਮਤਿ ਵਿੱਚ ਫੁੱਲ ਚੁਗਣਾ ਸ਼ਬਦ ਜਿਹੜਾ ਨਹੀਂ ਜੇ ਵਰਤਿਆ ਜਾਂਦਾ। ਫੁੱਲ ਨਹੀਂ ਚੁਗਣਾ, ਭਾਵ ਕੱਲੀ ਕੱਲੀ ਹੱਡੀ ਚੁੱਕਣ ਵਾਲੀ ਜਿਹੜੀ ਇਹ ਮਰਿਆਦਾ ਨਹੀਂ ਹੈ, ਇਹ ਸ਼ਬਦ ਵਰਤਿਆ ਜਾਂਦਾ ਅੰਗੀਠੇ ਦੀ ਸੰਭਾਲ। ਅੰਗੀਠੇ ਤੋਂ ਭਾਵ ਜਿਹੜੀ ਸਾਰੀ ਜਿੰਨੀ ਸਮੱਗਰੀ ਜੋ ਸਵਾਹ ਆਦਿਕ ਜੋ ਹੱਡੀਆਂ ਕੁਝ ਬਚ ਗਈਆਂ ਨੇ ਜਲਣ ਤੋਂ, ਭਾਵ ਪੰਜ ਭੌਤਿਕ ਸਰੀਰ ਦੇ ਵਿੱਚੋਂ ਉਹ ਸਾਰਾ ਹੀ ਅੰਗੀਠਾ ਸੰਭਾਲ ਲਿਆ ਜਾਂਦਾ ਹੈ। ਬੀਚ ਬਿਪਾਸਾ ਕੇ ਤਿਹ ਡਾਰ। ਤੇ ਨੇੜੇ ਹੁਣ ਬਿਆਸਾ ਦਰਿਆ ਦਾ ਪ੍ਰਵਾਹ ਚੱਲ ਰਿਹਾ ਸੀ, ਇਸ ਕਰਕੇ ਨੇੜੇ ਹੀ ਵਗਦੇ ਪਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਉਹ ਪ੍ਰਵਾਹ ਕਰ ਦਿੱਤਾ। ਇਹ ਜ਼ਰੂਰੀ ਨਹੀਂ ਕਿ ਕੋਈ ਦੂਰ ਕਿਤੇ ਬੈਠਾ ਹੋਵੇ ਤੇ ਉਹਦੇ ਵਾਸਤੇ ਬਿਆਸਾ ਦਰਿਆ 'ਚ ਜਾ ਕੇ ਪ੍ਰਵਾਹ ਕਰਨਾ। ਕੋਈ ਜਾ ਕੇ ਸੋਚੇ ਮੈਂ ਹਰਿਦੁਆਰ ਜਾ ਕੇ ਪ੍ਰਵਾਹ ਕਰਨਾ, ਕੋਈ ਸੋਚੇ ਮੈਂ ਕੀਰਤਪੁਰ ਸਾਹਿਬ ਜਾ ਕੇ ਪ੍ਰਵਾਹ ਕਰਨਾ। ਸਾਰੇ ਅਸਥਾਨ ਪਵਿੱਤਰ ਤੇ ਸਤਿਕਾਰਯੋਗ ਨੇ। ਮਰਿਆਦਾ ਅੰਗੀਠੇ ਦੀ ਸੰਭਾਲ ਦੀ ਇਹੋ ਹੀ ਹੈ ਕਿ ਅੰਗੀਠੇ ਦੀ ਸੰਭਾਲ ਕਰਦਿਆਂ ਨੇੜੇ ਵਗਦੇ ਪਾਣੀ ਦੇ ਵਿੱਚ ਉਹਨੂੰ ਪ੍ਰਵਾਹ ਕਰ ਦਿੱਤਾ ਜਾਵੇ। ਜ਼ਰੂਰੀ ਕਿਸੇ ਵਿਸ਼ੇਸ਼ ਥਾਂ ਤੇ ਜਾਣ ਦੀ ਮਰਿਆਦਾ। ਹਾਂ, ਜਿਨ੍ਹਾਂ ਨੂੰ ਨੇੜੇ ਪੈਂਦਾ ਹੈ ਉਹ ਨੇੜੇ ਚਲੇ ਜਾਣ। ਇਹ ਮਰਿਆਦਾ ਕੇਵਲ ਅੰਗੀਠੇ ਦੀ ਸੰਭਾਲ ਦੀ, ਫੁੱਲ ਚੁਗਣ ਦੀ ਮਰਿਆਦਾ ਨਹੀਂ। ਅੰਗੀਠਾ ਸੰਭਾਲਣਾ ਹੈ, ਸਾਰਾ ਅੰਗੀਠਾ ਜਿਹੜਾ ਸੀ ਉਹ ਸੰਭਾਲ ਕੇ ਲਾਗੇ ਗੁਰਮਰਿਆਦਾ ਦੇ ਅਨੁਸਾਰ, ਕਿਉਂਕਿ ਨੇੜੇ ਹੁਣ ਉਸ ਵਕਤ ਬਿਆਸਾ ਦਾ ਹੀ ਪ੍ਰਵਾਹ ਚੱਲ ਰਿਹਾ ਸੀ, ਇਸੇ ਕਰਕੇ ਉਸੇ ਨੇੜੇ ਦੇ ਪ੍ਰਵਾਹ ਦੇ ਵਿੱਚ ਇਹ ਅੰਗੀਠਾ ਸਾਰਾ ਪ੍ਰਵਾਹ ਕਰ ਦਿੱਤਾ ਗਿਆ ਹੈ। ਦਿਨ ਦੋ ਏਕ ਸ਼੍ਰੀ ਅਰਜਨ ਤੇ ਠਾ। ਇਸ ਤਰ੍ਹਾਂ ਗੁਰਮਤਿ ਦੀ ਸਾਰੀ ਮਰਿਆਦਾ ਜਿਹੜੀ ਸੀਗੀ ਸਤਿਗੁਰੂ ਪਾਤਸ਼ਾਹ ਨੇ ਉਸ ਸਥਾਨ ਤੇ ਰਹਿ ਕੇ ਨਿਭਾਈ ਹੈ। ਗੁਰਮਰਿਆਦਾ ਦੇ ਅਨੁਸਾਰ ਸਾਰੇ ਭੋਗ ਪੈ ਗਏ। ਸਾਰੇ ਕਾਰਜ ਜਦੋਂ ਹੋ ਗਏ ਨੇ
ਤੇ ਫਿਰ ਸਤਿਗੁਰ ਪਾਤਸ਼ਾਹ ਮਹਾਰਾਜ ਉਸ ਸਥਾਨ ਤੋਂ ਬਸੇ ਕਿਰਿਆ ਕਰ ਜਿਤਕ ਸੰਸਾਰ। ਜਿੰਨੀ ਸੰਸਾਰ ਦੀ ਕਿਰਿਆ ਆਦਿਕ ਸੀ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਨੇ ਸਾਰੀ ਮਰਿਆਦਾ ਕੀਤੀ ਹੈ। ਕਰੀ ਜਥੋਚਿਤ ਸਕਲ ਬਾਰਤਾ। ਜੋ ਯੋਗ ਸੀ, ਜੋ ਗੁਰਮਤ ਦੀ ਮਰਿਆਦਾ ਸੀ, ਖਾਸ ਕਰਕੇ ਸਾਡੇ ਸਾਰਿਆਂ ਦੇ ਭਰਮ ਅੰਤਮ ਸੰਸਕਾਰ ਸੰਬੰਧੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਵਸੀਅਤ ਰੂਪ ਬਾਣੀ ਜੋ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ, ਭਾਵ ਉਚਾਰਨ ਗੁਰੂ ਅਮਰਦਾਸ ਪਾਤਸ਼ਾਹ ਦਾ, ਲਿਖਤ ਕਰਕੇ ਕਲਮਬੰਦ ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਕੀਤੀ ਹੈ। ਬਾਬਾ ਮੋਹਰੀ ਜੀ, ਬਾਬਾ ਆਨੰਦ ਜੀ, ਇਹ ਸਾਰਾ ਪਰਿਵਾਰ ਹੈ ਸਤਿਗੁਰ ਪਾਤਸ਼ਾਹ ਦੇ ਕੋਲ ਸੀ ਜਦੋਂ ਬਾਬਾ ਸੁੰਦਰ ਜੀ ਨੇ ਇਹ ਸਾਰੇ ਕਲਮਬੰਦ ਕੀਤੀ। ਤੇ ਰਾਮਕਲੀ ਸੱਧ ਬਾਣੀ ਸਿਰਲੇਖ ਹੇਠ ਅਸੀਂ ਉਹ ਗੁਰਮਰਿਆਦਾ ਨੂੰ ਪੜ੍ਹਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਵਿੱਚ ਇੱਕ ਇੱਕ ਗੱਲ ਸਮਝਾਈ ਹੈ ਕਿ ਕਿਵੇਂ ਕਿਵੇਂ ਕਿਹੜੇ ਕਿਹੜੇ ਕਾਰਜ ਕਰਨੇ ਨੇ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕਿ ਨਿਰੋਲ ਕੀਰਤਨ ਕਰਨਾ, ਕੇਸੋ ਗੋਪਾਲ ਪੰਡਤ ਸੱਦਿਓ। ਇੱਥੇ ਸ਼ਬਦ ਪੜ੍ਹ ਕੇ ਇਹ ਨਾ ਸਮਝ ਲੈਣਾ ਕਿ ਹੁਣ ਕਿਸੇ ਖਾਸ ਦੀ ਗੱਲ ਹੈ। ਗੁਰਸਿੱਖਾਂ ਨੂੰ ਬੁਲਾਉਣਾ ਜਿਹੜੇ ਰੱਬ ਪਰਮੇਸ਼ਰ ਦੀ ਸਿਫਤ ਕਰਨ ਵਾਲੇ ਹੋਣ, ਕੇਵਲ ਰੱਬ ਦੇ ਘਰ ਦੀਆਂ ਸਿਫਤਾਂ ਹੋਣੀਆਂ ਨੇ, ਇਹੀ ਮੇਰੇ ਵਾਸਤੇ ਪ੍ਰਾਣ ਹੈ। ਕਿਸੇ ਵੱਖਰੇ ਕਰਮਕਾਂਡ ਨੂੰ ਕਰਨ ਦੀ ਲੋੜ ਨਹੀਂ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰਸਰ ਪਾਵੇ, ਕਹਿੰਦੇ ਸਤ ਸੰਗ ਤੋਂ ਮੈਂ ਸਾਰੇ ਕਿਰਿਆ ਕਰਮ ਕੁਰਬਾਨ ਕਰਦਾ ਹਾਂ। ਕਿਸੇ ਵੱਖਰੇ ਪ੍ਰਕਾਰ ਦੇ ਕਰਮਕਾਂਡ ਵਰੀਣੇ ਸ਼ਰਾਧ ਆਦਿਕ ਦੇ ਨਾਂ ਤੇ ਨਹੀਂ ਕਰਨੇ। ਇਹ ਸਤਿਗੁਰਾਂ ਨੇ ਸੁੰਦਰ ਢੰਗ ਨਾਲ ਬਾਣੀ ਦੇ ਅੰਦਰ ਮਰਿਆਦਾ ਰਾਹੀਂ ਸਮਝਾਇਆ ਹੈ। ਸੋ ਮਰਿਆਦਾ ਗੁਰਮਤ ਦੀ ਜਿਹੜੀ ਸੀ ਉਹ ਗੁਰੂ ਅਰਜਨ ਸਾਹਿਬ ਨੇ ਯੋਗ ਢੰਗ ਨਾਲ ਸਾਰੀ ਨਿਭਾਉਣੀ ਕੀਤੀ ਹੈ। ਜਥਾ ਮੋਹਰੀ ਬਚਨ ਉਚਾਰ। ਜਿਵੇਂ ਜਿਵੇਂ ਬਾਬਾ ਮੋਹਰੀ ਜੀ ਵੀ ਬਚਨ ਕਰਦੇ ਨੇ, ਜੋ ਗੁਰਮਤ ਦੀ ਮਰਿਆਦਾ ਸੀ ਸਾਰੀ ਜਿਹੜੀ ਯੋਗ ਢੰਗ ਨਾਲ ਨਿਭਾਈ ਗਈ ਹੈ। ਮਿਲ ਮਿਲ ਕਰੈ ਵਿਰਾਗ ਅਨਕ ਬਿਦ। ਕਈਆਂ ਦੇ ਮਨ ਵਿੱਚ ਜਦੋਂ ਵੈਰਾਗ ਪੈਦਾ ਹੁੰਦਾ ਹੈ, ਜਿਹੜਾ ਮਿਲਦਾ ਹੈ, ਕੋਈ ਬਾਹਰੋਂ ਆਉਂਦਾ ਹੈ, ਉਹ ਵੈਰਾਗ ਪੈਦਾ ਕਰਦਾ ਹੈ। ਸ੍ਰੀ ਗੁਰ ਅਮਰ ਕੀਰ ਪਰਿਵਾਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਨਾਲ ਇਸ ਤਰੀਕੇ ਦੇ ਨਾਲ ਮੇਲ ਜੁਲ ਹੁੰਦਾ ਹੈ। ਫਿਰ ਸ਼ਬਦ ਨਾਲ ਜੁੜਦੇ ਨੇ ਤੇ ਬੈਰਾਗੀ ਹਿਰਦਿਆਂ ਨੂੰ ਹੌਸਲਾ ਮਿਲਦਾ ਹੈ, ਢਾਰਸ ਮਿਲਦਾ ਹੈ ਤੇ ਭਟਕਦੇ ਹੋਏ ਮਨ ਟਿਕ ਜਾਂਦੇ ਹਨ। 1662 ਅਦਕ। ਇਸ ਤਰੀਕੇ ਦੇ ਨਾਲ ਸੰਮਤ 1662 ਦੇ ਵਿੱਚ, ਸੰਮਤ 1662, 57 ਸਾਲ ਘਟਾ ਦੋਗੇ ਸਾਧ ਸੰਗਤ ਤੇ ਸੰਨ ਬਣ ਜਾਂਦਾ ਹੈ। 62 ਵਿੱਚੋਂ 7 ਘਟਾ ਦਿੱਤੇ, ਭਾਵ ਕਿ 62 ਵਿੱਚੋਂ 57 ਘਟਾ ਦਿੱਤੇ ਜਾਣ ਤੇ 5 ਬਣ ਜਾਂਦਾ, ਭਾਵ 1605 ਦੇ ਵਿੱਚ ਭਾਦਰੋਂ ਚੌਥ ਵਿਚਾਰ। ਭਾਦੋਂ ਦੀ ਚੌਥ ਦੀ ਇਹ ਤਰੀਕ ਸੀਗੀ। ਅੱਜ ਵੀ ਜੇ ਅਸੀਂ ਬੈਠੀਏ 17 ਨੂੰ ਸੰਗਰਾਂਦ ਭਾਦੋਂ ਦੀ ਆਰੰਭ ਹੋਈ ਤੇ ਅੱਜ ਵੀ ਚੌਥ ਹੀ ਬਣਦੀ ਹੈ। ਉਸ ਹਿਸਾਬ ਨਾਲ ਇਹ ਤਰੀਕ ਜਿਹੜੀ ਸੀ। ਮਹਾਦੇਵ ਪਰਲੋਕ ਭਾਗ ਗੁਰ ਕੋ ਪੁੱਤਰ ਉਦਾਰ। ਕਿਉਂ ਕਹਿ ਲਈਏ ਭਾਦਰੋਂ ਦੀ ਚੌਥ ਨੂੰ? ਅੱਜ ਵੀ ਭਾਦੋਂ ਦੇ ਮਹੀਨੇ ਦੀ ਚੌਥੀ ਤਰੀਕ ਹੀ ਹੈ। ਇਹ ਸੰਮਤ 1662 ਦੇ ਵਿੱਚ ਇਹ ਇਸ ਢੰਗ ਦੇ ਨਾਲ ਇਹ ਜਿਹੜਾ ਸਾਰਾ ਜਿਹੜਾ ਹੈ ਬਾਬਾ ਮਹਾਦੇਵ ਜੀ ਪਰਲੋਕ ਚਲਾਣਾ ਕਰ ਜਾਂਦੇ ਹਨ। ਤੇ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਇਹ ਮਹਾਨ ਪੁੱਤਰ, ਵਿਚਕਾਰਲੇ ਪੁੱਤਰ ਜਿਹੜੇ ਨੇ, ਉਹਨਾਂ ਦਾ ਪਰਲੋਕ ਗਮਨ ਦਾ ਜਿਹੜਾ ਇਹ ਸਾਰਾ ਕਾਰਜ ਹੁੰਦਾ ਹੈ। ਸ਼੍ਰੀ ਅਰਜਨ ਗਮਨੇ ਤਬੇ ਸਤ ਸੰਗਤ ਲੈ ਸੰਗ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਉਸਰਈਏ ਪੰਜਵੇਂ ਪਾਤਸ਼ਾਹ ਪੰਜਵੇਂ ਸਰੂਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਫਿਰ ਇਸ ਤਰ੍ਹਾਂ ਉੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਸਾਰੇ ਕਾਰਜ ਮਰਿਆਦਾ ਅਨੁਸਾਰ ਨਿਭਾ ਕੇ ਤੇ ਫਿਰ ਨਾਲ ਸਿੱਖ ਸੰਗਤਾਂ ਜਿਹੜੀਆਂ ਸ਼੍ਰੀ ਅੰਮ੍ਰਿਤਸਰ ਤੋਂ ਗਈਆਂ ਸਨ ਉਹਨਾਂ ਨੂੰ ਨਾਲ ਲੈ ਕਰਕੇ ਗੋਇੰਦਵਾਲ ਸਾਹਿਬ ਤੋਂ ਚੱਲ ਪੈਂਦੇ ਹਨ। ਸ਼੍ਰੀ ਅੰਮ੍ਰਿਤਸਰ ਕੋ ਗਏ ਦੇਤ ਭਗਤ ਕੋ ਰੰਗ। ਸਾਰਿਆਂ ਨੂੰ ਭਗਤੀ ਤੇ ਨਾਮ ਰੰਗ ਨਾਲ ਜੋੜਦੇ ਹੋਏ ਫਿਰ ਗੁਰੂ ਕੀ ਨਗਰੀ, ਜਿੱਥੇ ਤੁਸੀਂ ਸਾਰੇ ਹਾਜ਼ਰੀਆਂ ਭਰ ਰਹੇ ਹੋ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ, ਇਸ ਨਗਰੀ ਦੇ ਵਿੱਚ ਵਾਪਸ ਗੁਰੂ ਅਰਜਨ ਸਾਹਿਬ ਮਹਾਰਾਜ ਆ ਜਾਂਦੇ ਹਨ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀਤਕ ਸਮੈ ਬਿਤਾਏ। ਇਸੇ ਤਰੀਕੇ ਨਾਲ ਮਨੁੱਖਤਾ ਦੇ ਭਲੇ ਦੇ ਕਾਰਜ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲੰਮਾ ਸਮਾਂ ਜਿਹੜਾ ਬਤੀਤ ਕੀਤਾ। ਕਰਤ ਨਰਨ ਕਲਿਆਣ ਕੋ ਸਿੱਖੀ ਜਗ ਪ੍ਰਗਟਾਏ। ਸੰਸਾਰ ਦੇ ਅੰਦਰ ਜੀਵਾਂ ਦਾ ਕਲਿਆਣ ਕਰਦੇ ਹੋਏ ਸਿੱਖੀ ਨੂੰ ਜਗਤ ਵਿੱਚ ਗੁਰੂ ਅਰਜਨ ਸਾਹਿਬ ਪ੍ਰਗਟ ਕਰਦੇ ਹੋਏ ਇਸ ਤਰ੍ਹਾਂ ਮਨੁੱਖਤਾ ਤੇ ਪਰਉਪਕਾਰ ਕਰ ਰਹੇ ਸਨ। ਨਿਸ਼ਾਨੀ ਛੰਦ
ਸ਼੍ਰੀ ਹਰਿਗੋਬਿੰਦ ਚੰਦ ਜੀ ਆਨੰਦ ਹੁਣ ਬਿਲੰਦੈ। ਸਾਧ ਸੰਗਤ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਜੀਵਨ ਦੀ ਗਾਥਾ ਨਾਲ ਸੀ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ, ਕਹਿੰਦੇ ਉਹ ਵੀ ਧਿਆਨ ਨਾਲ ਸੁਣੋ ਕਿ ਇੱਧਰ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੇ ਵੀ ਚੋਜ ਨਿਰਾਲੇ ਹੈ। ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਸਰੂਪ ਬੜਾ ਆਨੰਦ ਵਾਲਾ ਹੈ, ਜਿਹੜਾ ਦਰਸ਼ਨ ਕਰਦਾ ਹੈ ਹਿਰਦਾ ਆਨੰਦ ਨਾਲ ਭਰ ਜਾਂਦਾ ਹੈ। ਚੰਦਰਮਾ ਵਾਂਗੋ ਸ਼ੀਤਲਤਾ ਬਖਸ਼ਣ ਵਾਲੇ ਹਨ। ਚੜੈ ਤੁਰੰਗ ਕੁਰੰਗ ਜਨ ਦੁਤ ਮੋਰ ਮਨਿੰਦੈ। ਰੋਜ਼ ਘੋੜੇ ਦੀ ਸਵਾਰੀ ਕਰਦੇ ਐ, ਹਿਰਨਾਂ ਦਾ ਸ਼ਿਕਾਰ ਕਰਦੇ ਐ। ਇਹਨਾਂ ਸੋਹਣਾ ਤੇਜ ਪ੍ਰਤਾਪ ਹੈ। ਮੋਰ ਵਾਂਗੋ ਜਿਸ ਤਰੀਕੇ ਦੇ ਨਾਲ ਇਹ ਚਹਿਲ ਕਦਮੀ ਕਰਦੇ ਹੋਏ ਸ਼ਿਕਾਰ ਖੇਡਣ ਦੇ ਕਾਰਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਬਦ ਵਰਤੇ ਜਾਂਦੇ ਐ, ਪਰ ਅਜੇ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ। ਸ਼੍ਰੀ ਹਰਗੋਬਿੰਦ ਜੀ ਮਹਾਰਾਜ ਇਹ ਅਨੋਖੇ ਕੌਤਕ ਵਰਤਾਉਂਦੇ ਹਨ। ਅਦਕ ਪਲਾਏ ਫੰਦਾਵਤੇ ਧਨੁਸਰ ਧਰ ਹੱਥ। ਆਪਣੇ ਹੱਥ ਵਿੱਚ ਧਨੁੱਖ ਪਕੜ ਕੇ, ਕਮਾਨ ਪਕੜ ਕੇ, ਭਾਵ ਤੀਰ ਕਮਾਨ ਪਕੜ ਕੇ ਆਪਣੇ ਹੱਥ ਦੇ ਅੰਦਰ, ਫਿਰ ਕਹਿੰਦੇ ਆਪਣੇ ਘੋੜਿਆਂ ਨੂੰ ਭਜਾਉਂਦੇ ਹੋਏ, ਸ਼ਿਕਾਰ ਨੂੰ ਭਜਾਉਂਦੇ ਹੋਏ, ਫਿਰ ਸ਼ਿਕਾਰ ਦੇ ਭੱਜਦੇ ਦਾ ਪਿੱਛਾ ਕਰਦਿਆਂ ਉਹਨੂੰ ਪਕੜ ਲੈਂਦੇ ਹਨ। ਕਬ ਅਖੀਰ ਹਿਤ ਗਮਨ ਤੇ ਲੈ ਕੇ ਸਿੱਖ ਸਾਥਾ। ਰੋਜ਼ ਕਈ ਵਾਰ ਸਿੱਖਾਂ ਨੂੰ ਨਾਲ ਲੈ ਕਰਕੇ ਸ਼ਿਕਾਰ ਖੇਡਣ ਦੇ ਵਾਸਤੇ ਨੇੜੇ ਤੇੜੇ ਦੀ ਜਿਹੜੀਆਂ ਸ਼ਿਕਾਰ ਗਾਹਾਂ ਸਨ ਉਹਨਾਂ ਸਥਾਨਾਂ ਤੇ ਰੋਜ਼ ਸ਼੍ਰੀ ਹਰਗੋਬਿੰਦ ਜੀ ਜਾਇਆ ਕਰਦੇ ਹਨ। ਵਿਦਿਆ ਅਯੁੱਧ ਕੀ ਕਰੇ 10 ਸੰਮਤ ਬੈਸਾ। 10 ਸਾਲਾਂ ਦੀ ਸਰੀਰਕ ਆਰਬਲਾ ਹੈ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਦੀ। ਇਸ ਉਮਰ ਦੇ ਵਿੱਚ ਬੜੇ ਪਰਪੱਕ ਹੋ ਚੁੱਕੇ ਨੇ ਸ਼ਸਤਰ ਚਲਾਉਣ ਦੇ ਵਿੱਚ। ਸਾਡੇ ਵੀ ਜਵਾਕ ਬੱਚੇ ਅਸੀਂ ਘਰਾਂ 'ਚ ਵੇਖਦੇ ਹਾਂ, ਉਹਨਾਂ ਨੂੰ ਕਿਸ ਰੂਪ ਦੇ ਵਿੱਚ ਅਜੇ ਜੀਵਨ ਦੀ ਸੋਝੀ ਨਹੀਂ ਕੋਈ, ਪਰ ਉਸ ਅਵਸਥਾ ਵਿੱਚ ਘੋੜੇ ਦੀ ਸਵਾਰੀ ਕਰਨੀ। ਵੈਸੇ ਵੀ ਉਹ ਪ੍ਰਤੱਖ ਪਰਮੇਸ਼ਰ ਸਰੂਪ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਪਕਾਰੀ ਦੇ ਰੂਪ ਵਿੱਚ ਜਿਨ੍ਹਾਂ ਨੇ ਮਹਾਨ ਘਾਲਣਾ ਘਾਲਣੀ ਹੈ। 10 ਸ਼ਰੀਵਰਤ ਦੀ ਸਰੀਰਕ ਆਰਬਲਾ ਵਿੱਚ ਪੂਰਨੇ ਪਾ ਕੇ ਸਾਨੂੰ ਸਮਝਾ ਗਏ। ਘੋੜੇ ਦੀ ਸਵਾਰੀ ਵੀ ਕਰਦੇ ਤੇ ਸ਼ਸਤਰਾਂ ਦਾ ਅਭਿਆਸ ਗੱਤਕਾ ਖੇਡਣ ਦਾ ਕਾਰਜ ਕਰਦੇ ਹਨ। ਤੀਰ ਪ੍ਰਹਾਰਤ ਬੇਗ ਤੇ ਰਿਪਕੋ ਇਹ ਜੈਸਾ। ਜਦੋਂ ਧਨੁੱਖ ਪਕੜ ਕਰਕੇ ਤੀਰ ਚਲਾਉਂਦੇ ਐ, ਇਦਾਂ ਤੀਰ ਚਲਾਉਂਦੇ ਨੇ, ਵਾਰ ਕਰਦੇ ਨੇ ਜਿਵੇਂ ਸੱਪ ਜਾ ਕਰਕੇ ਆਪਣੇ ਵੈਰੀ ਨੂੰ ਡੰਗ ਲੈਂਦਾ ਹੈ। ਇਸੇ ਤਰ੍ਹਾਂ ਪਲ ਛਿਨ ਦੇ ਵਿੱਚ ਆਪ ਨਿਸ਼ਾਨੇ ਬੜੇ ਤੇਜ਼ੀ ਨਾਲ ਲਾਉਂਦੇ ਹਨ। ਮਹਾ ਸਫਾਈ ਬਲ ਸਹਿਤ ਧਰ ਲਾਛ ਹਨੰਤੇ। ਬੜੀ ਕੁਸ਼ਲਤਾ ਦੇ ਨਾਲ, ਬੜੀ ਪ੍ਰਵੀਨਤਾ ਦੇ ਨਾਲ, ਬੜੇ ਸੁੰਦਰ ਢੰਗ ਦੇ ਨਾਲ ਆਪਣਾ ਜਿਹੜਾ ਲਕਸ਼ ਹੈ ਉਸ ਲਕਸ਼ ਦੇ ਉੱਪਰ ਬੜੇ ਸੁੰਦਰ ਢੰਗ ਦੇ ਨਾਲ, ਕੁਸ਼ਲਤਾ ਦੇ ਨਾਲ ਨਿਸ਼ਾਨੇ ਲਾਉਂਦੇ ਹਨ। ਗਰਕ ਹੋਤ ਜਹ ਲਗਤ ਹੈ ਸੇਵਕ ਨਿਕਸੰਤੇ। ਜਿੱਥੇ ਇੱਕ ਵਾਰ ਤੀਰ ਦਾ ਨਿਸ਼ਾਨਾ ਖਿੱਚ ਕੇ ਲਾਉਂਦੇ ਨੇ, ਉਹ ਤੀਰ ਅੰਦਰ ਹੀ ਧਸ ਜਾਂਦਾ, ਫਿਰ ਸੇਵਕ ਖਿੱਚ ਕਰਕੇ ਤੀਰ ਉਹ ਬਾਹਰ ਕੱਢਦੇ ਨੇ। ਏਡਾ ਜ਼ੋਰ ਦੀ ਬਲ ਦੇ ਨਾਲ ਤੀਰ ਚਲਾਉਂਦੇ ਹਨ। ਆਰਬਲਾ ਜਿਨ ਕੀ ਅਲਪ ਸ਼ੋਭ ਡੀਲ ਵਿਸਾਲਾ। ਕਹਿੰਦੇ ਉਮਰ ਸਰੀਰਕ ਤੌਰ ਤੇ ਵੇਖਿਆ ਜਾਵੇ ਤੇ 10 ਕੁ ਵਰਿਆਂ ਦੀ ਆਰਬਲਾ ਕੋਈ ਬਹੁਤੀ ਨਹੀਂ ਹੋਇਆ ਕਰ। ਸਰੀਰਕ ਆਰਬਲਾ ਬਹੁਤੀ ਨਹੀਂ ਹੈ, ਪਰ ਸਰੀਰਕ ਆਰਬਲਾ 10 ਕੁ ਵਰਿਆਂ ਦੀ, ਪਰ ਜਿਹੜਾ ਸਰੀਰ ਦਾ ਡੋਲ ਹੈ ਉਹ ਡੀਲ ਡੋਲ ਬਹੁਤ ਵੱਡਾ ਖੁੱਲਾ ਡੁੱਲਾ ਹੈ। ਭੁਜਾ ਪ੍ਰਲੰਬ ਅਲੰਬ ਬਲ ਗਹਿ ਧਨੁਸ਼ ਕਰਾਲਾ। ਲੰਮੀਆਂ ਲੰਮੀਆਂ ਬਾਹਾਂ ਨੇ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਦੀਆਂ, ਲੰਮੀਆਂ ਬਾਹਾਂ, ਫਿਰ ਤਾਕਤਵਰ ਬਾਹਾਂ ਨੇ ਸਰੀਰ ਦੇ ਵਿੱਚ, ਉਹ ਬਾਹਾਂ ਬਲ ਵਾਲੀਆਂ। ਹੱਥ ਦੇ ਵਿੱਚ ਧਨੁੱਖ ਫੜ ਕੇ ਨਿਰਾਲੀਆਂ ਖੇਡਾਂ ਖੇਡਦੇ ਹਨ। ਸੁਖਚਤ ਪਿਤ ਤੇ ਕਰਤ ਹੈ ਇਹ ਰੀਤ ਨਵੀਨਾ। ਪਿਤਾ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਯੋਗ ਪ੍ਰਬੰਧ ਕੀਤੇ ਨੇ, ਸੰਜੋਗ ਸੰਕੋਚ ਵੀ ਰੱਖਦੇ ਨੇ, ਉਹਨਾਂ ਦਾ ਸਤਿਕਾਰ ਵੀ ਮਨ ਵਿੱਚ ਰੱਖਦੇ ਹੈ, ਤੇ ਉਹਨਾਂ ਤੋਂ ਥੋੜਾ ਜਿਹਾ ਸੰਕੋਚ ਕੇ ਨਵੀਨ ਖੇਡਾਂ ਸ਼੍ਰੀ ਹਰਗੋਬਿੰਦ ਜੀ ਬੜੇ ਸੁੰਦਰ ਢੰਗ ਦੇ ਨਾਲ ਖੇਡਦੇ ਹਨ। ਸ਼ੁਭਦ ਸਕੰਦ ਉਤੰਗ ਜੋਗ ਮੁਖ ਬਾਕ ਪ੍ਰਬੀਨਾ। ਜਿਨ੍ਹਾਂ ਦੇ ਮੁਖ ਦੇ ਬੋਲ ਬੜੇ ਪਿਆਰੇ ਤੇ ਮਿੱਠੇ ਹਨ, ਬੜੇ ਸੁਗੜ ਤੇ ਸਿਆਣੇ ਬੋਲ ਮੁਖ ਤੋਂ ਕੱਢਦੇ ਨੇ। 10 ਛਾਰ ਦੀ ਸਰੀਰਕ ਆਰਬਲਾ, ਸਿਆਣਿਆਂ ਵਰੀਆਂ ਗੱਲਾਂ, ਸਿਆਣੇ ਵੀ ਵੇਖ ਸੁਣ ਕੇ ਹੈਰਾਨ ਨੇ। ਉੱਚੇ ਉੱਚੇ ਉਹਨਾਂ ਦੇ ਮੋਢੇ, ਬਲਵਾਨ ਮੋਢੇ ਜਿਹੜੇ ਉਹਨਾਂ ਦੇ ਨਜ਼ਰ ਆਉਂਦੇ ਹਨ। ਦਿੜ ਸੰਧੀ ਜੁਗ ਬਾਹ ਕੀ ਪੁਜ ਦੰਡ ਪ੍ਰਚੰਡੇ। ਫਿਰ ਬਾਹਾਂ ਦੇ ਜਿਹੜੇ ਜੋੜ ਨੇ ਬੜੇ ਮਜ਼ਬੂਤ ਨੇ, ਜਿਹੜੇ ਡੌਲੇ ਨੇ ਬੜੇ ਪ੍ਰਚੰਡ, ਬੜੇ ਮਜ਼ਬੂਤ ਨੇ। ਇਸ ਤਰੀਕੇ ਨਾਲ ਮਜ਼ਬੂਤ ਬਾਹਾਂ, ਡੌਲੇ ਜਿਹੜੇ ਉਹਨਾਂ ਦੇ
ਉਹ ਜੁੱਸਾ ਜਿਹੜਾ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੜਾ ਬਲਵਾਨ ਸਰੂਪ ਨਜ਼ਰ ਆਉਂਦਾ ਹੈ। ਕਰ ਸਾਖਾ ਦੀਰਘ ਸੁਮਲ ਸ਼ੋਭ ਰੇਖਨ ਮੰਡੇ। ਹੱਥਾਂ ਦੀਆਂ ਜਿਹੜੀਆਂ ਉਂਗਲਾਂ ਨੇ ਨਾ ਉਹ ਲੰਮੀਆਂ ਲੰਮੀਆਂ ਨੇ, ਮਿਲੀਆਂ ਹੋਈਆਂ ਇੱਕ ਸਾਰ ਬੜੀਆਂ ਸੋਹਣੀਆਂ ਨੇ ਤੇ ਸੋਹਣੀਆਂ ਰੇਖਾਵਾਂ ਉਹਨਾਂ ਹੱਥਾਂ ਦੀਆਂ ਉਂਗਲਾਂ ਤੇ ਸ਼ੋਭਦੀਆਂ ਹਨ। ਰੇਖਾ ਲਗਬਨ ਬੰਦ ਤੇ ਪਈ ਬਛ ਆਕਾਰਾ। ਜਿੱਥੇ ਹੱਥ ਦੇ ਵਿੱਚ ਕੜਾ ਪਾਇਆ ਜਾਂਦਾ ਹੈ ਗੁੱਟ ਵਾਲੇ ਥਾਂ ਦੇ ਉੱਪਰ ਬੜਾ ਸੋਹਣਾ ਇੱਕ ਮੱਛ ਦਾ ਆਕਾਰ ਬਣਦਾ ਹੈ। ਰੇਖਾ ਛਤਰ ਆਕਾਰ ਕੀ ਜਿਸ ਕੋ ਫਲ ਭਾਰਾ। ਬੜਾ ਸੁੰਦਰ ਤਰੀਕੇ ਨਾਲ ਰੂਪ ਰੇਖ ਨਿਆਰਾ ਹੈ ਸ਼੍ਰੀ ਹਰਗੋਬਿੰਦ ਸਾਹਿਬ ਦਾ, ਨਾਲ ਇੱਕ ਛਤਰ ਦਾ ਆਕਾਰ ਵੀ ਉੱਥੇ ਬਣਿਆ ਨਜ਼ਰ ਆਉਂਦਾ। ਇਸੇ ਤਰੀਕੇ ਦੇ ਨਾਲ ਨਿਰਾਲੇ ਰੂਪ ਰੇਖ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ। ਆਯੁਤ ਛਾਤੀ ਉਦਰ ਪਰ ਤ੍ਰਿਵਲੀ ਦੁੱਤ ਪਾਵੈ। ਕਹਿੰਦੇ ਚੌੜੀ ਛਾਤੀ ਹੈ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ, ਢਿੱਡ ਦੇ ਉੱਪਰ 3 ਵਾਲ ਪੈਂਦੇ ਨੇ, ਜਿਹਨੂੰ ਅੱਜ ਅਸੀਂ ਕਹਿੰਦੇ ਆ 6 ਪੈਕ ਆਦਿਕ ਕਈ ਲੋਕ ਬੋਲ ਜਾਣ। ਇਸ ਤਰੀਕੇ ਨਾਲ ਇਹੋ ਜਿਹੇ ਵੱਲ 3 ਪੈਂਦੇ ਆ ਬੜੇ ਸੁੰਦਰ ਢੰਗ ਦੇ ਨਾਲ। ਚਿਬਕ ਚਾਰ ਬਿਸਤਰ ਤੇ ਕੁਛ ਕਾਕੂ ਮਕਾਵੈ। ਬੜੀ ਤੇਜ ਵਡਿਆਈ ਵਾਲੀ ਉਹਨਾਂ ਦੀ ਨਿਰਾਲੀ ਸ਼ੋਭਾ ਹੈ। ਫਿਰ ਠੋਡੀ ਵਿਸ਼ਾਲ ਹੈ ਤੇ ਫਿਰ ਜਿਹੜਾ ਚਿਹਰੇ ਦੇ ਮੁਸਕਾਨਦੇ ਨੇ ਤੇ ਮੁਖ ਦੇ ਅੰਦਰ ਜਿਹੜੇ 4 ਸਾਹਮਣੇ ਸੋਹਣੇ ਦੰਦ ਨੇ ਨਾ ਉਹ ਮੋਤੀਆਂ ਵਾਂਗੂ ਚਮਕਦੇ ਬੜੇ ਸੋਹਣੇ ਲੱਗਦੇ ਹਨ। ਰਕਤ ਅਦਰ ਸੁੰਦਰ ਮ੍ਰਿਦਲ ਬੋਲਤ ਮੁਸਕਾਏ। ਜਦੋਂ ਮੁਸਕਰਾਉਂਦੇ ਨੇ ਨਾ ਤੇ ਜਿਹੜੇ ਉਹਨਾਂ ਦੇ ਸੁੰਦਰ ਬੁੱਲ ਨੇ, ਮੇਰੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਸੁੰਦਰ ਹੋਂਠ ਨੇ ਨਾ, ਇੰਨੇ ਪਿਆਰੇ ਲੱਗਦੇ ਨੇ। ਲਾਲ ਲਾਲ ਸੁਰਖ ਉਹਨਾਂ ਦੇ ਮੁਖ, ਲਾਲ ਬੁੱਲ, ਇਹ ਮਨ ਮੋਹ ਲੈਣ ਵਾਲਾ ਉਹਨਾਂ ਦਾ ਸੁੰਦਰ ਸਰੂਪ ਹੈ ਸ਼੍ਰੀ ਹਰਗੋਬਿੰਦ ਮਹਾਰਾਜ ਦਾ। ਮੁਖ ਮੰਡਲ ਦੀਰਘ ਦਿਪਤ ਦ੍ਰਿਗ ਮ੍ਰਿਗ ਡਰ ਪਾਏ। ਕਹਿੰਦੇ ਇਹ ਮੁਖ ਤੇ ਜਿਹੜਾ ਗੋਲਾਕਾਰ ਮੁਖ ਹੈ ਉਹ ਤੇਜ ਪ੍ਰਤਾਪ ਬੜਾ ਸੋਹਣਾ ਹੈ ਚਿਹਰੇ ਦਾ ਉਹਨਾਂ ਦਾ। ਨੇਤਰ ਇਵੇਂ ਦੇ ਕਿ ਜਿਵੇਂ ਉਹ ਨੇਤਰ ਭਰ ਕੇ ਵੇਖ ਲੈਣ ਤੇ ਹਿਰਨਾਂ ਦੀਆਂ ਡਾਰਾਂ ਨੂੰ, ਜਿਵੇਂ ਸ਼ੇਰ ਵੇਖ ਲੈ ਤੇ ਹਿਰਨਾਂ ਦੀਆਂ ਡਾਰਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ, ਇਦਾਂ ਵਿਕਾਰ ਤੇ ਵਿਕਾਰ ਕਰਨ ਵਾਲਿਆਂ ਨੂੰ ਨੇਤਰ ਉਹਨਾਂ ਵੱਲ ਵੇਖ ਕੇ ਭਾਜੜਾਂ ਪੈ ਜਾਂਦੀਆਂ ਨੇ। ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ, ਉਹਨਾਂ ਦੀ ਨੇਤਰਾਂ ਦੀ ਦ੍ਰਿਸ਼ਟੀ ਜਿੱਧਰ ਪੈ ਜਾਂਦੀ ਹੈ। ਸੁਭਟਨ ਕੀ ਬਿੰਦਿਆ ਸਥਲ ਅਭਿਆਸ ਕਰਨ ਤੇ। ਸੂਰਮਿਆਂ ਵਰਗਾ ਮਹਾਨ ਰੂਪ ਹੈ ਉਹਨਾਂ ਦਾ। ਇਸੇ ਤਰੀਕੇ ਨਾਲ ਹਰ ਵਿਦਿਆ ਵਿੱਚ ਸੰਪੂਰਨ ਹੈ, ਸ਼ਸਤਰ ਤੇ ਸ਼ਾਸਤਰ ਦੇ ਵਿੱਚ ਨਿਤ ਇਹਦਾ ਅਭਿਆਸ ਵੀ ਕਰਦੇ ਹਨ। ਮਨੋਂ ਵੀਰ ਰਸ ਅਵਤਰਿਓ ਰਣ ਪ੍ਰੇ ਲਖੇ ਅੰਤੇ। ਜਿਵੇਂ ਕੋਈ ਜੰਗ ਦੇ ਮੈਦਾਨ ਦਾ ਪ੍ਰੇਮੀ ਹੋਵੇ ਤੇ ਉਹ ਵੀਰ ਰਸ ਦੇ ਮਨ ਨੂੰ ਅਵਤਾਰ ਸੰਸਾਰ ਦੇ ਅੰਦਰ ਧਾਰਿਆ ਹੋਵੇ। ਨਿਤ ਪ੍ਰਤ ਦੇਹ ਵਿਸਾਲ ਹੋਵੇ ਤਿਮ ਬਲ ਬਿਰਦਾਵੈ। ਇਸੇ ਤਰੀਕੇ ਨਾਲ ਨਿਤ ਜੰਗੀ ਕਰਤੱਵ ਕਰਦੇ ਆ, ਅਭਿਆਸ ਕਰਦੇ ਆ। ਇਹ ਸਰੀਰ ਜਿਹੜਾ ਹੈ ਦਿਨ ਰਾਤ ਕਰਕੇ ਇਹ ਵੱਡਾ ਹੋ ਰਿਹਾ ਹੈ। ਬਲ ਤੇ ਤਾਕਤ ਵੀ ਜਿਹੜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਤਿਮਹੀ ਸ਼ਤਰਨ ਮਰਦ ਬੋ ਨਿਜ ਭਾਵ ਜਨਾਵੈ। ਇਵੇਂ ਲੱਗਦਾ ਹੈ ਜਿਵੇਂ ਸ਼ਤਰੂਆਂ ਦਾ ਨਾਸ਼ ਕਰਨ ਵਾਸਤੇ ਇਹ ਸਰੀਰ ਦੇ ਵਿੱਚੋਂ ਇਹ ਹਾਵ ਭਾਵ ਪ੍ਰਗਟ ਹੋ ਰਹੇ ਨੇ ਕਿ ਇਹ ਉਹ ਦਾਤੇ ਦਾ ਸਰੂਪ ਪ੍ਰਗਟ ਹੋ ਰਿਹਾ ਜਿਨ੍ਹਾਂ ਨੂੰ ਸਾਰੇ ਸੰਸਾਰ ਨੇ ਕਹਿਣਾ ਹੈ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਉਪਕਾਰੀ। ਇਹ ਸਰੂਪ ਹੈ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਕਿਵੇਂ ਫਿਰ ਉਸ ਸਰੂਪ ਨੂੰ ਸੰਗਤਾਂ ਦੇਖਦੀਆਂ ਨੇ। ਜਿਹੜਾ ਵੇਖਦਾ ਹੈ ਵੇਖ ਕਰਕੇ ਕੋਈ ਤੇ ਵਡਿਆਈ ਕਰਦਾ, ਕਈਆਂ ਦੀ ਪੋਜੀਟਿਵ ਕਈਆਂ ਦੀ ਨੈਗੇਟਿਵ ਸੋਚ ਹੋਇਆ ਕਰਦੀ। ਉਹ ਵੇਖ ਵੇਖ ਕੇ ਆਪੋ ਆਪਣੇ ਢੰਗ ਨਾਲ ਲੋਕ, ਕੋਈ ਕਹਿੰਦੇ ਨਵੇਂ ਰੂਪ ਵਿੱਚ ਚੱਲ ਗਏ, ਪਹਿਲਿਆਂ ਦੀ ਰੀਤ ਛੱਡ ਦਿੱਤੀ, ਇਦਾਂ ਨਹੀਂ ਕਰਨਾ ਚਾਹੀਦਾ। ਕਈ ਕਹਿੰਦੇ ਨਹੀਂ, ਬਾਬਾ ਬੁੱਢਾ ਸਾਹਿਬ ਨੇ ਜੋ ਬਚਨ ਕਹੇ ਨੇ ਇਹ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਉਹ ਸਰੂਪ ਵਾਕਈ ਪ੍ਰਗਟ ਹੋ ਰਿਹਾ। ਕਿਵੇਂ ਸ਼੍ਰੀ ਹਰਗੋਬਿੰਦ ਸਾਹਿਬ ਮਹਾਰਾਜ ਇਹ ਨਿਰਾਲੇ ਕੌਤਕ ਕਰਦੇ। ਸੰਗਤਾਂ ਦੇ ਵਿੱਚ ਕੀ ਭਾਵ ਹੈ ਤੇ ਗੁਰੂ ਅਰਜਨ ਸਾਹਿਬ ਇਸ ਅਵਸਥਾ ਵਿੱਚ ਕਿਵੇਂ ਗੁਰਮਤਿ ਦੀ ਸਿੱਖਿਆ ਵਿੱਚ ਪਰਪੱਕ ਕਰਾਉਂਦੇ ਆ, ਇਹ ਸਾਰੇ ਪ੍ਰਸੰਗ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਰਲ ਕੇ ਸਰਵਣ ਕਰਨੇ ਆ। ਸਤਿਗੁਰੂ ਮਿਹਰ ਕਰਨ, ਜਿੰਨੇ ਵੀ ਪਿਆਰ ਦੇ ਨਾਲ ਹਾਜ਼ਰੀਆਂ ਭਰ ਰਹੇ ਆ, ਗੁਰੂ ਕਾ ਇਤਿਹਾਸ ਗੁਰੂ ਕੀ ਬਾਣੀ ਸੁਣ ਕੇ ਸਾਡੇ ਹਿਰਦੇ ਅੰਦਰ ਸਤਿਗੁਰਾਂ ਦੇ ਪ੍ਰਤੀ ਪਿਆਰ ਪੈਦਾ ਹੋ ਜਾਏ। ਅੰਮ੍ਰਿਤ ਛਕ ਕੇ ਅਸੀਂ ਗੁਰੂ ਵਾਲੇ ਬਣੀਏ। ਸਭ ਦਾ ਧੰਨਵਾਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ। ਭੁੱਲ ਚੁੱਕ ਦੀ ਖਿਮਾ। ਆਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਿਤ ਪ੍ਰਤ ਦੇਹ ਵਿਸਾਲ ਹੋਵੇ ਤਿਮ ਬਲ ਬਿਰਧਾਵੈ। ਤਿਮ ਹੀ ਸ਼ਤਰਨ ਮਰਦ ਬੋ ਨਿਜ ਭਾਵ ਜਨਾਵੈ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।